ਤੁਹਾਡਾ ਸਵਾਲ ਕਿ ਮੈਨੂੰ 77 ਤੋਂ ਅਸਤੀਫਾ ਕਿਉਂ ਦੇਣਾ ਪਿਆ। ਜਦੋਂ ਅਸੀਂ 2015 ਦੀ ਇਲੈਕਸ਼ਨ ਜਿੱਤ ਕੇ ਸਾਡੀ ਕਮੇਟੀ ਬਣੀ ਔਰ ਮੈਂ ਉਹਦੇ ਵਿੱਚ ਸਕੱਤਰ ਬਤੌਰ ਸਕੱਤਰ ਦੀ ਸੇਵਾ ਮੈਨੂੰ ਮਿਲੀ। ਮੈਂ ਸ਼ੁਰੂ ਵਿੱਚ ਇਹਨਾਂ ਨੂੰ ਕਿਹਾ ਸੀ ਕਿ ਮੈਂ ਦੋ ਗੱਲਾਂ ਤੇ ਸਟੈਂਡ ਮੇਰਾ ਜਿਹੜਾ ਉਹ ਮੈਂ ਕੰਪਰੋਮਾਈਜ਼ ਨਹੀਂ ਕਰਾਂਗਾ। ਪਹਿਲੀ ਗੱਲ ਸੀ ਕਿ ਮਹਾਰਾਜ ਦੀ ਹਜ਼ੂਰੀ ਵਿੱਚ ਜਿਹੜੀ ਗੱਲ ਕਹਾਂਗੇ ਉਸ ਤੇ ਅਸੀਂ ਵਿਚਾਰਾਂ ਦੀ ਤਕਰਾਰ ਕਹਿ ਸਕਦੇ ਸੀ, ਜਿਸ ਕਰਕੇ ਮੈਂ ਨਹੀਂ ਕੰਪਰੋਮਾਈਜ਼ ਕੀਤਾ। ਮੈਂ ਅਸਤੀਫਾ ਦੇਣਾ ਬਿਹਤਰ ਸਮਝਦੀ। ਜ਼ਰੂਰ ਚਾਹਾਂਗੀ ਕਿ ਤੁਸੀਂ ਉਸ ਐਫਡੀ ਦੇ ਸੰਬੰਧੀ ਜ਼ਰੂਰ ਚਾਨਣਾ ਪਾਓ, ਕਿਉਂਕਿ ਵੱਡੀਆਂ ਸਟੇਜਾਂ ਤੋਂ ਅਕਸਰ ਉਸ 20 ਲੱਖ ਦੀ ਐਫਡੀ ਦੀ ਗੱਲ ਕੀਤੀ ਜਾਂਦੀ ਹੈ। ਇੱਕ ਸਾਲ ਦੇ ਵਿੱਚ ਇਹ 20 ਲੱਖ ਦੀ ਐਫਡੀ ਜੋ ਅੱਜ ਮੇਰੇ ਖਿਆਲ ਹੈ 25 ਲੱਖ ਤੇ ਸ਼ਾਇਦ ਉੱਪਰ ਹੀ ਹੋਣੀ ਹੈ ਜਿਹਨਾਂ ਦੀ ਅਮਾਊਂਟ ਬਣ ਗਈ ਹੋਣੀ ਹੈ ਟੈਸਟ ਪਾਸ ਕੇ। ਔਰ ਕੋਈ ਰਹਿਣੇ ਨੇ ਆਪਣੇ ਨਾਂ ਨਹੀਂ ਬਣਾਈਆਂ ਜੀ। ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਦੀਆਂ ਐਫਡੀਆਂ ਨੂੰ ਇਲਾਹਾਬਾਦ ਬੈਂਕ ਦੀਆਂ ਐਫਡੀਆਂ, ਇਹ ਐਫਡੀ ਇਹਨਾਂ ਨੂੰ ਨਾ ਦਿਓ, ਇਹ ਪੈਸਾ ਵੀ ਰੋਲ ਜਾਂਦਾ। ਤੁਸੀਂ ਇਹਨਾਂ ਐਫਡੀਆਂ ਦੇ ਲਈ ਕਿਹੜਾ ਸਹੀ ਮਤਲਬ ਸਮਾਂ ਦੇਖਦੇ ਹੋ ਕਿ ਮਤਲਬ ਇਹ ਐਫਡੀ? ਹਾਂ, ਜਿਹੜੀ ਵੀ ਕੱਲ ਗਵਰਨਮੈਂਟ ਕੋਈ ਕਮੇਟੀ ਨਾਮਜ਼ਦ ਕਰਕੇ ਬਣਾ ਦਿੰਦੀ ਹੈ ਜਾਂ ਇਲੈਕਸ਼ਨ ਹੋ ਕੇ ਨਈ ਕਮੇਟੀ ਆਉਂਦੀ ਹੈ, ਐਫਡੀ ਕਮੇਟੀ ਦੇ ਨਾਂ ਦੀ ਐਫਡੀ ਕੋਈ ਰਹਿਣੇ ਦੇ ਨਾਂ ਤੇ ਥੋੜੀ। ਗੁਰਦੁਆਰਾ ਸਾਹਿਬ ਦਾ ਪੈਸਾ ਹੈ, ਗੁਰਦੁਆਰਾ ਕਮੇਟੀ ਦੇ ਨਾਂ ਤੇ ਕੋਈ ਕਢਾ ਹੀ ਨਹੀਂ ਸਕਦਾ ਬੈਂਕ ਤੋਂ। ਬੈਂਕ ਤੋਂ ਉਹ ਸੇਫ ਹੈ ਬੈਂਕ ਦੇ ਵਿੱਚ। ਇਲੈਕਸ਼ਨ ਤੇ ਨੋਮੀਨੇਸ਼ਨ ਨੂੰ ਲੈ ਕੇ ਜੇ ਤੁਸੀਂ ਇਹਨੂੰ ਕਿਵੇਂ ਵੇਖਦੇ ਹੋ? ਜੇ ਇਲੈਕਸ਼ਨ ਹੁੰਦੀ ਹੈ, ਕਿਆ ਤੁਸੀਂ ਇਲੈਕਸ਼ਨ ਲੜੋਗੇ ਜਾਂ ਨੋਮੀਨੇਸ਼ਨ ਹੁੰਦੀ ਹੈ? ਤੁਸੀਂ ਇਹਨਾਂ ਦੋਨਾਂ ਪੱਖਾਂ ਨੋਮੀਨੇਸ਼ਨ ਵਿੱਚ ਕੋਰਟ ਦੇ ਜੋ ਡਾਇਰੈਕਸ਼ਨ ਦਿੱਤੀ ਜਿਹੜੇ ਪ੍ਰੈਜ਼ੈਂਟ ਜਿਹੜੇ ਉਹ ਭਾਗ ਨਹੀਂ ਲੈ ਸਕਦੇ ਜੀ ਜੀ, ਉਹਦੇ ਵਿੱਚ ਅਸੀਂ ਆ ਨਹੀਂ ਸਕਦੇ ਹਾਂ। ਬਾਕੀ ਅੱਗੋਂ ਇਲੈਕਸ਼ਨ ਲੜਨ ਦਾ ਮੈਂ ਬਿਲਕੁਲ ਨਾ ਲੜਨ ਦਾ ਇਰਾਦਾ ਤੇ ਨਾ ਕੋਈ। ਮੈਂ ਪਿਛਲੀ ਵਾਰ ਵੀ ਨਹੀਂ ਸੀ ਲੜ ਰਿਹਾ, ਮੈਨੂੰ ਸਾਰਿਆਂ ਨੇ ਮਜਬੂਰ ਕੀਤਾ ਤੇ ਮੈਂ ਉਹ ਇਲੈਕਸ਼ਨ ਮੈਨੂੰ ਤਾਂ ਲੜਨੀ ਪਈ, ਲੇਕਿਨ ਉਹ ਵੀ ਮੈਂ ਸਮਝਦਾ ਮੈਂ ਲੜ ਕੇ ਗਲਤ ਹੋਇਆ। ਇਤਿਹਾਸ ਵਿੱਚ ਪਹਿਲੀ ਵਾਰ ਐਸਾ ਦੇਖਿਆ ਗਿਆ ਕਿ ਹੁਣ ਗੋਲਗਾਮੀ ਜਿਹੜਾ ਕੋਈ ਗੁਰੂ ਨੂੰ ਭੇਟਾ ਜਿਹੜੀ ਜਾ ਰਹੀ ਹੈ, ਲੋਕ ਮੱਥਾ ਟੇਕਦੇ ਨੇ ਗੁਰੂ ਨੂੰ ਭੇਟਾ ਜੋ ਚਾੜਦੇ ਨੇ, ਉਹ ਵੀ ਜਿਹੜੇ ਲੋਕੀ ਲਈ ਜਾਇਆ। ਵੀਰ ਜੀ, ਤੁਸੀਂ ਕੀ ਕਹਿੰਦੇ ਹੋ ਜਿਹੜੀ ਐਫਆਈਆਰ ਦਰਬਿੰਦਰ ਸਿੰਘ ਜੀ ਹੋਣਾ ਦੇ ਰਾਹੀਂ ਲਗਾਈ ਗਈ ਹੈ, ਤੁਸੀਂ ਕੀ ਵੇਖਦੇ ਹੋ ਕਿ ਐਫਆਈਆਰ ਹੀ ਇਸ ਚੀਜ਼ ਦਾ ਹੱਲ ਸੀ? ਮਤਲਬ ਇਹ ਸਾਧਨ ਐਫਆਈਆਰ ਸੀ। ਹੁਣ ਜੇ ਅਸੀਂ ਕੋਰਟਾਂ ਵਿੱਚ ਜਾਂਦੇ ਹਾਂ ਤਾਂ ਵੀ ਆਪਣਾ ਤਮਾਸ਼ਾ ਬਣਦਾ, ਨਹੀਂ ਜਾਂਦੇ ਹਾਂ ਤੇ ਤਾਂ ਵੀ ਖਰਾਬੀ ਹੁੰਦੀ ਹੈ। ਸੋ ਇਹਦਾ ਅਗਰ ਉਸਨੇ ਐਫਆਈਆਰ ਲਾਜ ਕਰਾਈ ਹੈ, ਇਹ ਉਸਦੀ ਸਮਝ ਹੈ ਜਾਂ ਉਹਦੀ ਸੋਚ ਹੈ। ਸੋ ਉਸਨੇ ਇਹ ਗੱਲ ਕੀਤੀ ਹੈ। ਕੱਲ੍ਹ ਮੈਂ ਉਹਦੇ ਸੁਣ ਰਿਹਾ ਸੀ, ਉਹ ਇੱਕ ਗੱਲ ਉਸਨੇ ਜਿਹੜੀ ਕਹੀ ਹੈ ਕਿ ਮੈਨੂੰ ਨਹੀਂ ਪਤਾ ਕਿ ਉਹ ਪੈਸਾ ਕੌਣ ਲੈ ਗਿਆ, ਲੇਕਿਨ ਮੈਂ ਇਸ ਗੱਲ ਨੂੰ ਕਨਫਰਮ ਕਰਦਾ ਕਿ ਉਹ ਪੈਸਾ ਜਿਹੜਾ ਉਹ ਜਗਤਾਰ ਸਿੰਘ ਰਾਣੀ ਲੈ ਗਿਆ ਔਰ ਲੈ ਗਿਆ ਇਹਨਾਂ ਦੀ ਕੰਜ਼ਰ। ਇੱਥੇ ਸਾਡੇ ਐਸਜੀਪੀਸੀ ਨੇ ਵੀ 10-10 ਬੰਦੇ ਪ੍ਰਚਾਰਕ ਇੱਥੇ ਕੀਤੇ ਨੇ, ਲੇਕਿਨ ਸਾਨੂੰ ਨਹੀਂ ਪਤਾ ਲੱਗਦਾ ਕਿ ਉਹ ਪ੍ਰਚਾਰਕ ਕਿੱਥੇ ਪ੍ਰਚਾਰ ਕਰ ਰਹੇ ਨੇ। ਤਾਂ ਐਂ ਲੱਗਣ ਲੱਗ ਜਾਂਦਾ ਕਈ ਵਾਰੀ ਪਰੇਸ਼ਾਨੀ ਜੀ ਪੈਣ ਲੱਗ ਜਾਂਦੀ ਹੈ ਵੀ ਐਂ ਕਿਉਂ ਆ ਗੁਰਦੁਆਰਾ ਸਾਹਿਬ ਦੇ ਅੰਦਰ, ਐਂ ਕਿਉਂ ਆ ਸਾਰੀ ਕਮੇਟੀਆਂ ਸਾਰੇ ਮਤਲਬ ਜੇ ਇੱਕ ਯੂਨਾਈਟ ਹੋ ਜਾਓ, ਮਤਲਬ ਕਿਆ ਵਿਚਾਰਾਂ ਕਰਕੇ ਜੀ। ਇਹ ਇੱਕ ਅੱਜ ਦੇ ਜ਼ਮਾਨੇ ਵਿੱਚ ਕੋਈ ਵੀ ਕਿਤੇ ਸਾਰੇ ਇਕੱਠੇ ਨਹੀਂ, ਨਾ ਹਿੰਦੂ ਇਕੱਠਾ ਹੈ, ਨਾ ਮੁਸਲਮਾਨ ਇਕੱਠਾ ਹੈ, ਨਾ ਸਿੱਖ ਇਕੱਠਾ ਹੈ। ਸਾਰਿਆਂ ਦੀ ਵਿਚਾਰਧਾਰਾ ਤੇ ਵੱਖਰੀ ਹੈ। ਉਸ ਅਕਾਲ ਪੁਰਖ ਨੇ ਹਰ ਇੱਕ ਨੂੰ ਸਮਝ ਜਿਹੜੀ ਆ ਆਪਣੀ, ਕਿਉਂਕਿ ਆਮੋ ਸਾਹਮਣੇ ਮੈਨੂੰ ਲੱਗਦਾ ਜਿੱਦਾਂ ਆਪਾਂ ਆਮੋ ਸਾਹਮਣੇ ਬੈਠੇ ਆ ਸਾਡੀ ਵੀ ਸੋਚ ਸ਼ਾਇਦ ਵੱਖਰੀ ਹੋਵੇਗੀ, ਕਿਉਂਕਿ ਇਹ ਗੱਲਾਂ ਹੋ ਸਕਦੀਆਂ ਨੇ, ਪੋਸੀਬਿਲਿਟੀ ਹੈ, ਲੇਕਿਨ ਕੁਝ ਹੱਦ ਤੱਕ ਹੀ ਇਹਦੇ ਵਿੱਚ ਸਹਿਮਤੀ ਬਣ ਸਕਦੀ ਹੈ ਆਮ ਤੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਣੀ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਮਨਦੀਪ ਕੌਰ ਨਿੱਘਾ ਸਵਾਗਤ ਕਰਦੀ ਹਾਂ। ਤਾਂ ਦਰਸ਼ਕੋ, ਜਿਵੇਂ ਤੁਸੀਂ ਸਾਰੇ ਜਾਣਦੇ ਹੋ, ਇੱਕ ਬਾਣੀ ਚੈਨਲ ਦੀ ਇਹ ਕੋਸ਼ਿਸ਼ ਰਹਿੰਦੀ ਹੁੰਦੀ ਹੈ ਕਿ ਵੱਖ-ਵੱਖ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਹੋਏ ਉਹਨਾਂ ਦੇ ਵਿਚਾਰ ਤੁਹਾਡੇ ਤੱਕ ਪਹੁੰਚਾਈਏ। ਕਿਉਂਕਿ ਇੱਕ ਬਾਣੀ ਚੈਨਲ ਮੈਂ ਅਕਸਰ ਗੱਲ ਕਰਦੀ ਹੁੰਦੀ ਹਾਂ ਕਿ ਸਾਰਿਆਂ ਦਾ ਇੱਕ ਸਾਂਝਾ ਪਲੇਟਫਾਰਮ ਹੈ। ਜੰਮੂ ਕਸ਼ਮੀਰ ਦੀ ਸੰਗਤ ਨੂੰ ਰੱਬ ਵੱਲੋਂ ਦਿੱਤਾ ਹੋਇਆ ਇੱਕ ਤੋਹਫਾ ਇੱਕ ਬਾਣੀ ਚੈਨਲ, ਤੇ ਕਿਉਂ ਨਾ ਇਸ ਪਲੇਟਫਾਰਮ ਦਾ ਸਾਰੇ ਲਾਹਾ ਲੈਣ। ਇਸ ਦੇ ਦੌਰਾਨ ਅੱਜ ਜਿਹੜੀ ਸ਼ਖਸੀਅਤ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਹੈ, ਸਭ ਤੋਂ ਪਹਿਲਾਂ ਮੈਂ ਇੱਕ ਬਾਣੀ ਚੈਨਲ ਦੇ ਉੱਤੇ ਉਹਨਾਂ ਦਾ ਨਿੱਘਾ ਸਵਾਗਤ ਕਰਦੀ ਹਾਂ। ਸਰਦਾਰ ਹਰਜਿੰਦਰ ਸਿੰਘ ਰੈਣਾ, ਉਹਨਾਂ ਦਾ ਮੈਂ ਇੱਕ ਬਾਣੀ ਚੈਨਲ ਦੇ ਉੱਤੇ ਜੀ ਆਇਆਂ ਨੂੰ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਵੀਰ ਜੀ ਗੱਲ ਕੀਤੀ ਜਾਵੇ ਕਿ ਲਗਾਤਾਰ, ਵੈਸੇ ਪਹਿਲੇ ਤਾਂ ਸਾਰਿਆਂ ਨੂੰ ਮੈਂ ਦੱਸ ਦਿਆਂ ਕਿ ਇਹ ਜ਼ਰੂਰੀ ਵਿਸ਼ਾ ਹੈਗਾ। ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਪੰਥਕ ਮਸਲੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਸਾਰਿਆਂ ਦੀ ਰਾਏ ਜਾਣਨਾ ਬਹੁਤ ਜ਼ਰੂਰੀ ਬਣ ਜਾਂਦਾ ਹੈ।
ਔਰ ਇਕਬਾਣੀ ਚੈਨਲ ਇੱਕ ਅਜਿਹਾ ਪਲੇਟਫਾਰਮ ਹੈ ਜਿਹਨੂੰ ਮੈਨੂੰ ਲੱਗਦਾ ਜੰਮੂ ਕਸ਼ਮੀਰ ਦੀ ਸੰਗਤ ਭਰਪੂਰ ਪਿਆਰ ਵੀ ਦਿੰਦੀ ਹੈ ਔਰ ਇੱਥੇ ਜਿਨ੍ਹਾਂ ਦੇ ਰਾਹੀਂ ਗੱਲ ਕੀਤੀ ਜਾਂਦੀ ਹੈ ਉਹਨਾਂ ਨੂੰ ਆਪਾਂ ਉਹਨਾਂ ਦੀਆਂ ਗੱਲਾਂ ਨੂੰ ਬਹੁਤ ਧਿਆਨ ਦੇ ਨਾਲ ਸੁਣਦੇ ਵੀ ਹਾਂ। ਔਰ ਕਈ ਮਸਲੇ ਇਹੋ ਜਿਹੇ ਹੁੰਦੇ ਜਿਹੜੇ ਸੰਗਤ ਦੇ ਸਾਹਮਣੇ ਆਉਣੇ ਜ਼ਰੂਰੀ ਹੁੰਦੇ ਨੇ। ਕਈ ਵਾਰੀ ਸੰਗਤ, ਮੈਂ ਹਮੇਸ਼ਾ ਗੱਲ ਕਰਦੀ ਹੁੰਦੀ ਹਾਂ ਕਿ ਸੰਗਤ ਇੰਨੀ ਭੋਲੀ ਹੈ ਕਿ ਆਪਾਂ ਬਹੁਤ ਵਾਰੀ ਭਰਮ ਭੁਲੇਖਿਆਂ ਦੇ ਵਿੱਚ ਪੈ ਜਾਂਦੇ ਹਾਂ। ਇਸ ਕਰਕੇ ਜਿੱਦਾਂ ਹੁਣ ਸਾਡੇ ਨਾਲ ਗੱਲ ਕਰਨ ਦੇ ਲਈ ਸਰਦਾਰ ਹਰਜਿੰਦਰ ਸਿੰਘ ਰੈਣਾ ਨੇ, ਜਿਹੜੇ ਕਿ ਸਾਬਕਾ ਸਕੱਤਰ ਰਹੇ ਨੇ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਇਹਨਾਂ ਨੇ ਸਾਨੂੰ, ਕਿਉਂਕਿ ਮੈਂ ਕਿਹਾ ਕਿ ਇਕਬਾਣੀ ਚੈਨਲ ਸਾਰਿਆਂ ਦਾ ਸਾਂਝਾ ਪਲੇਟਫਾਰਮ ਹੈ, ਵੀਰ ਜੀ ਉਹਨਾਂ ਨੇ ਸਾਨੂੰ ਕਿਹਾ ਕਿ ਇਕਬਾਣੀ ਚੈਨਲ ਦੇ ਰਾਹੀਂ ਉਹ ਤੁਹਾਡੇ ਸਾਰਿਆਂ ਤੱਕ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਨੇ। ਆਪਾਂ ਉਹਨਾਂ ਦੀ ਵੀ ਵਿਚਾਰ ਸੁਣਨ ਦੇ ਲਈ ਆਏ ਹਾਂ, ਉਹਨਾਂ ਦੇ ਵਿਚਾਰ ਵੀ ਉਹਨਾਂ ਦੇ ਕਹਿਣ ਦੇ ਉੱਤੇ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਸਾਰੇ ਆਪਣੇ ਆਪਣੇ ਵਿਚਾਰ ਇਕਬਾਣੀ ਚੈਨਲ ਦੇ ਰਾਹੀਂ ਪਹੁੰਚਾ ਸਕਦੇ ਨੇ। ਵੀਰ ਜੀ, ਜਿਸ ਤਰ੍ਹਾਂ ਦੇ ਨਾਲ ਸਭ ਤੋਂ ਪਹਿਲਾਂ ਆਪਾਂ ਗੱਲਾਂ ਤਾਂ ਗਾਂ ਤੋਰਦੇ ਰਵਾਂਗੇ। ਸਭ ਤੋਂ ਪਹਿਲਾਂ ਮੇਰੀ ਗੱਲ ਇਹੀ ਸਵਾਲ ਰਹੇਗਾ ਕਿ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਤੁਸੀਂ ਸਕੱਤਰ ਰਹੇ ਹੋ, 1 ਸਾਲ ਦੇ ਬਾਅਦ ਤੁਸੀਂ ਉਸ ਜਿਹੜੀ ਸੇਵਾ ਤੋਂ ਆਪਣਾ ਰਿਜ਼ਾਈਨ ਦੇ ਦਿੱਤਾ, ਸਕੱਤਰ ਬਤੌਰ ਸਕੱਤਰ ਦੀ ਸੇਵਾ ਤੋਂ, ਜਿਹੜਾ ਆਪਣਾ ਰਿਜ਼ਾਈਨ ਦੇਣ ਦਾ ਕਾਰਨ ਤੇ ਅਗਾਂਹ ਜਿੱਦਾਂ ਵੀ ਜਿਹੜਾ ਸੇਵਾ ਸੰਭਾਲ ਦਾ ਕੰਮ ਕੀਤਾ ਗਿਆ, ਕਿਵੇਂ ਉਸ ਜਿਹੜੀ ਕੰਮ ਨੂੰ ਤੁਸੀਂ ਵੇਖਿਆ, ਰਿਜ਼ਾਈਨ ਦੇਣ ਦਾ ਕਾਰਨ? ਸਭ ਤੋਂ ਪਹਿਲਾਂ ਤੇ ਮੈਂ ਆਪਣੀ ਥੋੜੀ ਜੀ ਇੰਟਰੋਡਕਸ਼ਨ ਦੇ ਤੌਰ ਤੇ ਮੈਂ ਕਹਾਂਗਾ ਕਿ ਮੈਂ ਗੁਰਦੁਆਰਾ ਪ੍ਰਬੰਧ ਦੇ ਨਾਲ 1997 ਤੋਂ ਜੁੜਿਆ ਜੀ। ਔਰ ਮੈਂ ਇੱਕ ਸਾਡੀ ਕੌਮ ਦੇ ਇੱਕ ਮਹਾਨ ਸ਼ਖਸੀਅਤ ਹੋਏ ਨੇ ਅਕਾਲੀ ਕੌਰ ਸਿੰਘ, ਜਿਨ੍ਹਾਂ ਨੇ ਕੋਈ 13-14 ਸਾਲ ਲਗਾ ਕੇ ਗੁਰੂ ਗ੍ਰੰਥ ਸਾਹਿਬ ਦਾ ਪਹਿਲੇ ਸ਼ਖਸ ਹਨ ਜਿਨ੍ਹਾਂ ਨੇ ਇੰਡੈਕਸ ਤਿਆਰ ਕੀਤਾ ਸੀ, ਜਿਹਨੂੰ ਤੁਖਤ ਤਕਰਾ ਕਹਿੰਦੇ ਨੇ ਜੀ। ਉਹ SGPC ਪਹਿਲਾਂ ਪ੍ਰਿੰਟ ਕਰਾਉਂਦੀ ਸੀ, ਹੁਣ ਮਾਰਕੀਟ ਦੇ ਵਿੱਚ ਵੀ ਉਹ ਪ੍ਰਿੰਟ ਹੁੰਦਾ ਹੈ ਜੀ। ਔਰ ਅਕਾਲੀ ਕੌਰ ਸਿੰਘ ਹੋਰੀ ਉਹ ਸ਼ਖਸੀਅਤ ਸਨ ਜਿਨ੍ਹਾਂ ਨੇ ਜੋ ਸਾਡੀ ਰਹਿਤ ਮਰਿਆਦਾ ਹੈ, ਜੋ ਅਕਾਲ ਤਖਤ ਤੋਂ ਪ੍ਰਵਾਨਿਤ ਰਹਿਤ ਮਰਿਆਦਾ ਹੈ, ਉਸ ਕਮੇਟੀ ਦੇ ਵਿੱਚ ਵੀ ਉਹਨਾਂ ਦਾ ਬੜਾ ਯੋਗਦਾਨ ਸੀ। ਉਸ ਕਮੇਟੀ ਦੇ ਮੈਂਬਰਸ ਜੀ। ਮੈਂ ਉਹਨਾਂ ਦੀ ਫੈਮਿਲੀ ਨੂੰ ਬਿਲੋਂਗ ਕਰਦਾ ਜੀ। ਇਹ ਨਗਰ ਜਿਹੜਾ ਅਕਾਲੀ ਕੌਰ ਸਿੰਘ ਨਗਰ ਜਿਹੜਾ ਉਹਨਾਂ ਦੇ ਨਾਂ ਤੇ ਵਸਿਆ ਜੀ, ਉਹ ਸਾਡੇ ਪਿੰਡ ਚਕਾਰ ਮੁਸਫਰਾਬਾਦ ਦੇ ਤੋਂ ਰਹਿਣ ਵਾਲੇ ਸਨ ਜੀ। ਔਰ ਅਸੀਂ ਉਹਨਾਂ ਦੀ ਫੈਮਿਲੀ ਨਾਲ ਸੰਬੰਧਿਤ ਹਾਂ ਜੀ। ਮੈਂ 1997 ਤੋਂ ਪਹਿਲੀ ਵਾਰ ਇਲੈਕਸ਼ਨ ਲੜ ਕੇ ਗੁਰਦੁਆਰਾ ਪ੍ਰਬੰਧ ਦੇ ਵਿੱਚ ਆਇਆ ਸੀ ਜੀ। ਔਰ ਉਦੋਂ ਤੋਂ ਲੈ ਕੇ ਅੱਜ ਦਿਨ ਤੱਕ ਇਸ ਪ੍ਰਬੰਧ ਨਾਲ ਜੁੜਿਆ ਜੀ। ਤੁਹਾਡਾ ਸਵਾਲ ਕਿ ਮੈਨੂੰ ਸਕੱਤਰ ਤੋਂ ਅਸਤੀਫਾ ਕਿਉਂ ਦੇਣਾ ਪਿਆ, ਜਦੋਂ ਅਸੀਂ 2015 ਦੀ ਇਲੈਕਸ਼ਨ ਜਿੱਤ ਕੇ ਸਾਡੀ ਕਮੇਟੀ ਬਣੀ ਔਰ ਮੈਂ ਉਹਦੇ ਵਿੱਚ ਸਕੱਤਰ ਬਤੌਰ ਸਕੱਤਰ ਦੀ ਸੇਵਾ ਮੈਨੂੰ ਮਿਲੀ। ਜੀ। ਜੀ। ਮੈਂ ਸ਼ੁਰੂ ਵਿੱਚ ਇਹਨਾਂ ਨੂੰ ਕਿਹਾ ਸੀ ਕਿ ਮੈਂ ਦੋ ਗੱਲਾਂ ਤੇ ਸਟੈਂਡ ਮੇਰਾ ਜਿਹੜਾ ਹੈ ਉਹ ਮੈਂ ਕੰਪਰੋਮਾਈਜ਼ ਨਹੀਂ ਕਰਾਂਗਾ। ਪਹਿਲੀ ਗੱਲ ਸੀ ਕਿ ਮਹਾਰਾਜ ਦੀ ਹਜ਼ੂਰੀ ਵਿੱਚ ਜਿਹੜੀ ਗੱਲ ਕਹਾਂਗੇ ਉਸ ਤੇ ਅਸੀਂ ਖੜੋਵਾਂਗੇ ਜੀ। ਮੈਨੂੰ ਕੋਈ ਅਗਰ ਤੁਸੀਂ ਇਹ ਮਹਾਰਾਜ ਦੀ ਹਜ਼ੂਰੀ ਵਿੱਚ ਖੜੋ ਕੇ ਸੱਚ ਝੂਠ ਦੀ ਗੱਲ ਅਗਰ ਕਰਨੀ ਚਾਹੋਗੇ ਤਾਂ ਮੈਂ ਨਹੀਂ ਕਰਾਂ। ਦੂਸਰੀ ਕਿ ਮੈਂ ਬਤੌਰ ਸਕੱਤਰ ਸੇਵਾ ਨਿਭਾਵਾਂਗਾ, ਲੇਕਿਨ ਮੈਨੂੰ ਜਿਹੜੀ ਚੀਜ਼ ਲੱਗੇਗੀ ਮੇਰੀ ਬੁੱਧੀ ਅਨੁਸਾਰ ਕਿ ਇਹ ਗਲਤ ਹੈ, ਮੈਂ ਉਹ ਕੰਮ ਨਹੀਂ ਕਰਾਂ। ਜੀ। ਸੋ ਇसी ਸੰਬੰਧ ਵਿੱਚ ਕੁਛ ਇੱਕ ਮਸਲਾ ਬਣ ਗਿਆ ਸਾਡੀ ਕਮੇਟੀ ਦੇ ਵਿੱਚ। ਸਾਡੇ ਚੇਅਰਮੈਨ ਸਾਹਿਬ ਜੋ ਅੱਜ ਇਸ ਸੰਸਾਰ ਵਿੱਚ ਨਹੀਂ ਨੇ, ਉਹਨਾਂ ਨੇ ਕੋਈ ਗੁਰਦੁਆਰਾ ਦੀ ਕੋਈ ਪ੍ਰਾਪਰਟੀ ਤੇ ਮੈਨੂੰ ਕਿਹਾ ਕਿ ਕੋਈ ਇਹ ਤੁਸੀਂ ਐਗਰੀਮੈਂਟ ਇਹਨਾਂ ਨਾਲ ਕਰ ਦਿਓ, ਇਹ ਦੁਕਾਨ ਕੋਈ ਜੋ ਪਹਿਲੀ ਕਮੇਟੀ ਨੇ ਖਾਲੀ ਕਰਵਾਈ ਸੀ ਉਹ ਵਾਪਸ ਕਰ ਦਿਓ। ਉਸ ਗੱਲ ਤੇ ਮੈਂ ਕੰਪਰੋਮਾਈਜ਼ ਨਹੀਂ ਕੀਤਾ। ਜੀ। ਔਰ ਉਹਨਾਂ ਦਾ ਥੋੜਾ ਜਿਹਾ ਮੈਨੂੰ ਪ੍ਰੈਸ਼ਰ ਇਸ ਗੱਲ ਤੇ ਆਇਆ ਕਿ ਬਈ ਨਹੀਂ ਕਰੋ। ਮੈਂ ਕਿਹਾ ਮੈਂ ਮੇਰੇ ਬੁੱਧੀ ਅਨੁਸਾਰ ਨਾ ਮੈਂ ਦੁਕਾਨ ਖਾਲੀ ਕਰਾਈ ਔਰ ਫਿਰ ਮੋਰ ਓਵਰ ਉਹ ਦੁਕਾਨ ਜਦੋਂ ਸਾਨੂੰ DC ਦਲੀਪ ਸਿੰਘ ਦੀ ਕਮੇਟੀ ਨੇ ਸਾਨੂੰ ਚਾਰਜ ਹੈਂਡਓਵਰ ਕੀਤਾ, ਉਦੋਂ ਕਿਹਾ ਸੀ ਕਿ ਇਸ ਦੁਕਾਨ ਤੋਂ ਅਸੀਂ ਪੌੜੀ ਚੜਾ ਕੇ, ਕਿਉਂਕਿ ਸਾਡੇ ਪਾਸ ਕੋਈ ਰਸਤਾ ਨਹੀਂ ਹੈ, ਇਹ ਦੁਕਾਨ ਖਾਲੀ ਹੋਈ ਹੈ, ਇਸ ਤੋਂ ਅਸੀਂ ਪੌੜੀ ਚੜਾ ਕੇ ਉੱਪਰ ਹਾਲ ਬਣਾਉਣਾ, ਦੁਕਾਨਾਂ ਸਾਰੀਆਂ ਦੇ ਉੱਪਰ ਹਾਲ ਬਣਾਉਣਾ, ਜਿਹੜਾ ਕਿ ਅਸੀਂ ਬੈਂਕ ਨੂੰ ਦੇਣਾ ਕੀਤਾ। ਸਾਨੂੰ 2-2.5 ਲੱਖ ਰੁਪਈਆ ਆਮਦਨ ਮਹੀਨੇ ਦੀ ਉਸ ਬੈਂਕ ਦੇ ਆ ਸਕਦੀ। ਸੋ ਅਸੀਂ ਉਹ ਪੌੜੀ ਲਈ ਸਾਨੂੰ ਉਹ ਦੁਕਾਨ ਦੀ ਲੋੜ ਵੀ ਸੀ। ਜੀ। ਜੀ।
ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਇਹ ਕੰਮ ਨਹੀਂ ਕਰ ਸਕਦਾ, ਮੈਂ ਦੁਕਾਨ ਵਾਪਸ ਨਹੀਂ ਦੇ ਸਕਦਾ, ਜਿਸ ਤੋਂ ਥੋੜਾ ਜਿਹਾ ਸਾਡੇ ਵਿੱਚ ਕੋਈ ਕਨਫਿਊਜ਼ਨ ਕ੍ਰੀਏਟ ਹੋਇਆ। ਜੀ। ਤਾਂ ਮੈਂ ਵਜ਼ੀਰ ਸਾਹਿਬ ਨੂੰ ਬੇਨਤੀ ਕੀਤੀ ਕਿ ਤੁਸੀਂ ਸਕੱਤਰ ਬੇਸ਼ੱਕ ਬਦਲ ਲਓ, ਲੇਕਿਨ ਮੈਂ ਗਲਤ ਵਾਸਤੇ ਮੈਨੂੰ ਨਾ ਕਿਹਾ ਜਾਏ। ਜੀ। ਤੋ ਉਹ ਇੱਕ ਮੇਨ ਸਮਝੋ ਉਸ ਦੀ ਬੁਨਿਆਦ ਮੇਰੇ ਅਸਤੀਫੇ ਦੀ ਹੋਈ ਸੀ, ਵਿਚਾਰਾਂ ਦੀ ਤਕਰਾਰ ਕਹਿ ਸਕਦੇ ਤਕਰਾਰ ਹਾਂ ਸੀ, ਜਿਸ ਕਰਕੇ ਮੈਂ ਨਹੀਂ ਕੰਪਰੋਮਾਈਜ਼ ਕੀਤਾ ਤੇ ਮੈਂ ਅਸਤੀਫਾ ਦੇਣਾ ਬਿਹਤਰ ਸਮਝ ਦਿੱਤਾ। ਜੀ। ਔਰ ਉਸ ਤੋਂ ਬਾਅਦ ਅਵਤਾਰ ਸਿੰਘ ਨੂੰ ਬਤੌਰ ਇਹਨਾਂ ਨੇ ਸਕੱਤਰ ਲਿਆਂਦਾ, ਜੀ। ਕਿਉਂਕਿ ਉਹ ਸਾਡੇ ਗਰੁੱਪ ਕਹਿ ਲਓ ਸਾਡੀ ਕਮੇਟੀ ਵਿੱਚ ਨਹੀਂ ਸੀ, ਉਹ ਸਾਡੇ ਆਪੋਜੀਸ਼ਨ ਵਿੱਚ ਸੀ। ਉਸ ਨੂੰ ਉੱਥੋਂ ਇਹਨਾਂ ਨੇ ਲਿਆ ਕੇ ਉਸ ਨੂੰ ਸਕੱਤਰ ਬਣਾਇਆ। ਉਹ ਦਾਸ ਨੇ ਅਸਤੀਫਾ ਆਪਣਾ ਸੌਂਪ ਛੱਡਿਆ ਸੀ ਤੇ ਉਹ ਉਸ ਦਾ ਕਾਰਨ ਨਹੀਂ ਬਣਿਆ। ਤੇ ਕਿਵੇਂ ਵੇਖਦੇ ਹੋ ਕਿ ਤੁਹਾਡੇ ਅਸਤੀਫਾ ਦੇਣ ਦੇ ਬਾਅਦ ਜੇਕਰ ਆਪਾਂ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਦੀ ਗੱਲ ਕੀਤੀ ਜਾਵੇ, ਕਿਆ ਦੇਖਦੇ ਸੀ ਕਿ ਪ੍ਰਬੰਧ ਲੀਹਾਂ ਤੇ ਸਨ, ਜਾਂ ਆਪਾਂ ਕਹਿ ਸਕਦੇ ਦੇਖੋ ਅਸੀਂ 1 ਸਾਲ ਦਾ ਸਮੇਂ ਹਲੇ ਤੇ ਅਸੀਂ ਆਪਣੇ ਥੋੜਾ ਜਿਹਾ ਆਪਣੇ ਆਪ ਨੂੰ ਸੰਭਾਲਿਆ ਸੀ, ਕਿਉਂਕਿ ਕਮੇਟੀ ਬਣਨ ਤੋਂ 2 ਮਹੀਨੇ ਬਾਅਦ ਹੀ ਗੁਰਪੁਰਬ ਆ ਜਾਂਦੇ ਨੇ, ਅਸੀਂ ਵੱਡੇ ਪੱਧਰ ਤੇ ਮਨਾਉਂਦੇ, ਉੱਥੇ ਜੀ, ਬਿਜ਼ੀ ਜੀ। ਹੋ ਗਏ ਤੇ ਹਲੇ ਥੋੜਾ ਜਿਹਾ ਸੰਭਾਲਿਆ ਹੀ ਸੀ ਅਸੀਂ। ਲੇਕਿਨ ਜੋ ਕਮੇਟੀ ਵਿੱਚ ਆ ਕੇ ਸਾਨੂੰ ਕਰਨਾ ਚਾਹੀਦਾ ਉਹ ਅਸੀਂ ਨਹੀਂ ਕਰ ਪਾਏ, ਕਿਉਂਕਿ 1 ਜਾਂ 2 ਮੈਂਬਰ ਅਗਰ ਕੋਈ ਐਸੀ ਸੋਚ ਲੈ ਕੇ ਵੀ ਆਉਂਦੇ ਨੇ, ਧਾਰਮਿਕ ਸੋਚ ਲੈ ਕੇ, ਅਸੀਂ ਇਹ ਕੋਈ ਪੋਲੀਟੀਕਲ ਇਲੈਕਸ਼ਨ ਤੇ ਹੈ ਨਹੀਂ। ਹਾਂਜੀ, ਬਿਲਕੁਲ। ਅਸੀਂ ਕੋਈ ਗਲੀਆਂ ਨਾਲੀਆਂ ਤੇ ਕਿਸੇ ਦੀਆਂ ਜੀ, ਬਣਾਉਣੀਆਂ ਜੀ, ਜੀ। ਇਹ ਗੁਰਦੁਆਰਿਆਂ ਦੀ ਸੇਵਾ ਸੰਭਾਲਦੀ ਇਲੈਕਸ਼ਨ ਹੈ, ਤੇ ਜੇ ਅਸੀਂ ਉੱਥੇ ਵੀ ਅਗਰ ਨਾ ਕੁਝ ਕਰ ਸਕੀਏ, ਧਰਮ ਦੇ ਪ੍ਰਚਾਰ ਦੀ ਗੱਲ ਨਾ ਕਰ ਸਕੀਏ, ਜੀ, ਕੁਝ ਜੀ। ਨਾ ਕਰ, ਲੇਕਿਨ ਉਹਦਾ ਫਾਇਦਾ ਕੁਝ ਨਹੀਂ ਅਸੀਂ ਸਮਝਿਆ ਮੈਂ ਕਿ ਭਈ ਅਸੀਂ ਕੁਝ ਕਾਰਗਰ ਹੋਏ। ਤਾਂ ਦੂਸਰੀ ਗੱਲ ਹੈ ਕਿ ਅਗਰ 8 ਮੈਂਬਰ 9 ਮੈਂਬਰ 7 ਮੈਂਬਰ ਅਗਰ ਤੁਹਾਡੀ ਵਿਚਾਰਧਾਰਾ ਦੇ ਨਾਲ ਨਹੀਂ ਮਿਲਦੇ, ਤੁਸੀਂ 1 ਜਾਂ 2 ਮੈਂਬਰ ਵੱਖਰੀ ਅਗਰ ਸੋਚ ਰੱਖਦੇ ਵੀ ਹੋ ਤਾਂ ਉਹ ਚੱਲ ਨਹੀਂ ਪਾਉਂਦੇ। ਜੀ, ਜੀ, ਜੀ। ਉਹ ਅੱਜ ਦੇ ਜ਼ਮਾਨੇ ਦੇ ਵਿੱਚ ਉਹ ਚੱਲ ਨਹੀਂ ਪਾਉਂਦੇ। ਜੀ। ਸੋ ਉਸ ਤੋਂ ਬਿਹਤਰ ਹੈ ਕਿ ਅਸੀਂ ਕਿਨਾਰਾ ਕਸ਼ੀ ਕਰ ਲਈਏ, ਬਜਾਏ ਕਿ ਕੋਈ ਸਾਡੇ ਤੋਂ ਕੋਈ ਜੀ। ਗਲਤ ਐਸੀ ਗੱਲ ਕਰ ਹਾਂਜੀ, ਬੈਠੀ, ਹਾਂਜੀ। ਉਸ ਨਾਲੋਂ ਬਿਹਤਰ ਹੈ ਕਿ ਅਸੀਂ ਪਿੱਛੇ। ਜੀ। ਔਰ ਉਸ ਤੋਂ ਬਾਅਦ ਸਾਡੀ ਬਦਕਿਸਮਤੀ ਦੀ ਗੱਲ ਹੈ ਕਿ ਠੀਕ ਹੈ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਨੇ, ਕਮੇਟੀਆਂ ਵਿੱਚ ਹੁੰਦੀਆਂ ਨੇ, ਲੇਕਿਨ ਹਾਲਾਤ ਐਸੇ ਜੇ ਬਣ ਗਏ ਕਿ 2 4 5 ਮੈਂਬਰਾਂ ਨੇ ਹੀ ਜੋ ਕੁਝ ਆਪਣਾ ਕਰਨਾ ਉਹਨਾਂ ਨੇ ਆਪਣੇ ਤੌਰ ਤੇ ਹੀ ਕਰਨਾ, ਬਾਕੀਆਂ ਨੂੰ ਪੁੱਛਣਾ ਹੀ ਗੁਜ਼ਾਰਾ ਮਤਲਬ ਜੀ। ਦਰਕਨਾਰ ਨਹੀਂ ਸੀ। ਜੀ, ਜੀ। ਹੁਣ ਸਾਨੂੰ ਪੁੱਛਣਾ ਗਵਾਰਾ ਨਹੀਂ ਸਮਝਿਆ ਗਿਆ, ਔਰ ਸਾਨੂੰ ਅਕਸਰ ਮੀਟਿੰਗਾਂ ਵਿੱਚ ਨਹੀਂ ਸੀ ਬੁਲਾਇਆ ਜਾਂਦਾ। ਮੈਂ ਬਤੌਰ ਸਕੱਤਰ ਔਰ ਮੈਂ ਸਭ ਤੋਂ ਸੀਨੀਅਰ ਰਿਹਾ ਇਸ ਗੁਰਦੁਆਰਾ ਪ੍ਰਬੰਧ ਜੀ, ਜੀ। ਕਮੇਟੀ ਜਿਹੜਾ 97 ਤੋਂ ਚੱਲਦਾ ਆ ਰਿਹਾ ਸੀ। ਮੇਰੇ ਨਾਲ ਇੱਕ ਜਥੇਦਾਰ ਮਹਿੰਦਰ ਸਿੰਘ ਹੋਰੀ ਹੈਗੇ ਨੇ ਰਿਹਾੜੀ ਤੋਂ, ਇੱਕ ਉਹ ਪੁਰਾਣੇ ਸੀ ਜੋ 97 ਤੋਂ ਮੇਰੇ ਨਾਲ ਚੱਲ ਆ ਰਹੇ ਸੀ, ਉਹ ਵੀ ਮੈਂਬਰ ਸੀ। ਲੇਕਿਨ ਕਮੇਟੀਆਂ ਨੇ ਆਪਣੇ ਤੌਰ ਤੇ ਮਨਮਾਨੀ ਜੋ ਜਿਸ ਤਰ੍ਹਾਂ ਜੀ ਚਾਹਿਆ ਉਸਨੇ ਕੀਤਾ। ਜੀ। ਸੋ ਇਹੋ ਜਿਹੇ ਹਾਲਾਤ ਰਹੇ, ਕੋਈ ਸਹੀ ਕੰਮ ਨਹੀਂ ਹੋ ਸਕਦਾ। ਜੀ। ਤੇ ਵੀਰ ਜੀ ਜੇ ਗੱਲ ਕੀਤੀ ਜਾਵੇ, ਇੱਕ ਅਕਸਰ ਹੀ ਆਪਾਂ ਹੁਣ ਨਾ ਇਹ ਗੱਲ ਸੁਣ ਰਹੇ ਹਾਂ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ FD ਨੂੰ ਲੈ ਕੇ। ਹਾਂਜੀ। ਮੈਂ ਜ਼ਰੂਰ ਚਾਹਾਂਗੀ ਕਿ ਤੁਸੀਂ ਉਸ FD ਦੇ ਸੰਬੰਧੀ ਜ਼ਰੂਰ ਚਾਨਣਾ ਪਾਓ, ਕਿਉਂਕਿ ਵੱਡੀਆਂ ਸਟੇਜਾਂ ਤੋਂ ਅਕਸਰ ਉਸ 20 ਲੱਖ ਦੀ FD ਦੀ ਗੱਲ ਕੀਤੀ ਜਾਂਦੀ ਹੈ। ਇਸ ਤਰ੍ਹਾਂ ਜੀ ਕਿ ਜਦੋਂ ਦਾਸ ਨੇ ਸੇਵਾ ਨਿਭਾਈ ਹੈ ਸਕੱਤਰ ਦੀ, ਇਹ ਉਸ ਦੌਰਾਨ ਦੀਆਂ FDਆਂ ਨੇ ਜੀ। ਜਦੋਂ ਅਸੀਂ ਸ਼ੁਰੂ ਵਿੱਚ ਆਏ, ਅਸੀਂ ਕੋਈ ਨਾ ਤਾਂ ਕੋਈ ਦੁਕਾਨ ਵੇਚੀ ਗੁਰਦੁਆਰਾ ਸਾਹਿਬ ਦੀ, ਕੋਈ ਪ੍ਰਾਪਰਟੀ ਨਹੀਂ ਵੇਚੀ, ਜੀ। ਕੋਈ ਅਸੀਂ ਗੁਰਦੁਆਰਾ ਸਾਹਿਬ ਨਹੀਂ ਵੇਚਿਆ, ਜੀ। ਜਿੱਦਾਂ ਕਿ ਬਾਅਦ ਵਿੱਚ ਇਹ ਚੀਜ਼ਾਂ ਸਾਹਮਣੇ ਆਈਆਂ। ਮਹਾਰਾਜ ਦੀ ਗੋਲਕ ਦੀ ਜੋ ਮਾਇਆ ਸੀ, ਜਾਂ ਜੋ ਪ੍ਰਾਪਰਟੀਆਂ ਦਾ ਕਿਰਾਇਆ ਪੁਰਾਣੇ ਰੇਟਾਂ ਤੇ ਜੋ ਕੋਈ ਥੋੜਾ ਬਹੁਤ ਸਾਨੂੰ ਮਿਲ ਰਿਹਾ ਸੀ, ਉਸ ਕਿਰਾਏ ਦੀ ਜੋ ਰੂਟੀਨ ਗੁਰੂ ਘਰਾਂ ਦੀ ਜੋ ਆਮਦਨ ਸੀ, ਜੀ, ਜੀ। ਉਸ ਤੋਂ ਇਹ FDM 1 ਸਾਲ ਦੇ ਟੈਨਿਓਰ ਦੇ ਵਿੱਚ ਇਹ 20 ਲੱਖ ਰੁਪਈਆ ਮਿਲ। ਔਰ ਸਿਰਫ ਇਹ 20 ਲੱਖ ਹੀ ਨਹੀਂ, ਬਲਕਿ ਜਦੋਂ ਮੈਂ ਸਕੱਤਰਸ਼ਿਪ ਛੱਡੀ ਹੈ, ਜੀ। ਮੈਂ ਜਦੋਂ ਚਾਰਜ ਦਿੱਤਾ ਅਵਤਾਰ ਸਿੰਘ, ਉਦੋਂ ਬੈਂਕ ਬੈਲੈਂਸ ਵੀ ਮੇਰੀ ਯਾਦਾਸ਼ਤ ਦੇ ਮੁਤਾਬਕ 5-6 ਲੱਖ ਰੁਪਈਆ ਬੈਂਕ ਵਿੱਚ ਵੀ ਸੀ। ਜੀ। ਮਤਲਬ 25-26 ਲੱਖ ਰੁਪਈਆ ਉਸ ਵਕਤ 1 ਸਾਲ ਦੀ ਇੱਕ ਗੁਰੂ ਘਰਾਂ ਦੀ ਬਚਤ ਜੋ ਸੀ। ਹਾਂ, ਅਸੀਂ 1 ਸਾਲ ਦੌਰਾਨ, ਔਰ ਮੈਂ FDਆਂ ਕਿਉਂ ਬਣਵਾਈਆਂ ਉਹਦਾ ਵੀ ਕਾਰਨ ਸੀ ਕਿ ਕੁਝ ਸਾਥੀ ਮੇਰੇ ਕਮੇਟੀ ਦੇ ਵਿੱਚ
ਉਹਨਾਂ ਦਾ ਇੱਕ ਤਰੀਕੇ ਦਾ ਇਹ ਰਵੱਈਆ ਸੀ ਕਿ ਇਸ ਨੂੰ ਗੁਰਦੁਆਰਾ ਸਾਹਿਬ ਨੂੰ ਚਾਹੀਦਾ ਜੀ, ਇਹਨੂੰ 50,000 ਦੇ ਦਿਓ, ਇਸ ਨੂੰ 20,000 ਦੇ ਦਿਓ, ਇਹ ਬਿਮਾਰ ਹੈ ਜੀ, ਇਸ ਨੂੰ ਦੇ ਦਿਓ। ਇਹ ਪੈਸਾ ਗੁਰੂ ਘਰ ਦਾ ਇਸ ਤਰ੍ਹਾਂ ਖੋਲੂ ਜੀ। ਠੀਕ ਹੈ, ਬਿਮਾਰੀ ਸਾਰਿਆਂ ਦੇ ਘਰਾਂ 'ਚ ਆਉਂਦੀ ਹੈ, ਲੇਕਿਨ ਸਿੱਖ ਕੌਮ ਵਿੱਚ ਵੀ ਬਹੁਤ ਜ਼ਿਆਦਾ ਲੋਕੀ ਹਨ ਜਿਹੜੇ ਬਿਮਾਰੀ ਨੂੰ ਝੇਲ ਰਹੇ ਨੇ। ਜੀ ਜੀ ਜੀ। ਬਹੁਤ ਸਾਰੇ ਐਸੇ ਨੇ ਜਿਹੜੇ ਗਰੀਬ ਹਨ, ਜਿਹੜੇ ਆਪਣੀਆਂ ਬੱਚੀਆਂ ਦੀ ਸ਼ਾਦੀ, ਲੇਕਿਨ ਹੁਣ ਗੁਰੂ ਘਰਾਂ ਦੇ ਵਿੱਚ ਕੋਈ ਰੂਟੀਨ ਐਸੀ ਨਹੀਂ ਸੀ ਬਣੀ ਕਿ ਅਸੀਂ ਉਹ ਪੈਸਾ ਜੇ ਇੱਕ ਨੂੰ ਦੇਵਾਂਗੇ ਫਿਰ ਦੂਸਰੇ ਗਰੀਬ ਨੂੰ ਵੀ ਅਸੀਂ ਦੇਣਾ ਬਣਦਾ, ਫਿਰ ਅਸੀਂ ਉਹਨੂੰ ਇਨਕਾਰ ਨਹੀਂ ਕਰ ਸਕਦੇ। ਸੋ ਅਸੀਂ ਇਹ ਪਿਰਤ ਨਹੀਂ ਸੀ ਰਹੀ, ਅਤੇ ਇਹ ਪੈਸਾ ਇਸ ਤਰ੍ਹਾਂ ਖੁਰਦ-ਬੁਰਦ ਹੋਣ ਤੋਂ ਬਚਾਉਣ ਕਰਕੇ ਮੈਂ FD ਬਣਵਾ ਲੈਂਦਾ ਸੀ, ਤਾਂ ਕਿ ਜਦੋਂ ਬੈਂਕ ਪੋਜੀਸ਼ਨ ਕੋਈ ਦੇਖਦਾ ਤੇ ਉਹ ਆਸ਼ਰਦਾ ਦੇ ਦਿਓ ਜੀ ਇਸ ਨੂੰ, ਅਤੇ ਉਹਨਾਂ ਗੱਲਾਂ ਨੂੰ ਤੋਂ ਬਚਾ ਕੇ ਪੈਸੇ ਨੂੰ ਰੱਖਣ ਵਾਸਤੇ ਇਹ FDਆਂ ਮੈਂ ਬਣਾਉਂਦਾ ਰਿਹਾ। ਔਰ 1 ਸਾਲ ਦੇ ਵਿੱਚ ਇਹ 20 ਲੱਖ ਦੀਆਂ FDਆਂ ਬਣਾਈਆਂ, ਜੋ ਅੱਜ ਮੇਰੇ ਖਿਆਲ ਹੈ 25 ਲੱਖ ਦੇ ਤੋਂ ਸ਼ਾਇਦ ਉੱਪਰ ਹੀ ਹੋਣੀ ਹੈ ਇਹਨਾਂ ਦੀ ਅਮਾਊਂਟ ਬਣ ਗਈ ਹੋਣੀ ਇੰਟਰਸਟ ਪਾ ਕੇ। ਔਰ ਇਹ ਕੋਈ ਰਹਿਣੇ ਨੇ ਆਪਣੇ ਨਾਂ ਨਹੀਂ ਬਣਾਈਆਂ ਜੀ, ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਦੀਆਂ FDਆਂ ਔਰ ਇਲਾਹਾਬਾਦ ਬੈਂਕ ਦੀਆਂ FDਆਂ ਜੀ। ਕੁਝ FDਆਂ ਇਲਾਹਾਬਾਦ ਬੈਂਕ ਦੀ ਬ੍ਰਾਂਚ ਗਾਂਧੀ ਨਗਰ 'ਚੋਂ ਬਣੀਆਂ, ਔਰ ਕੁਝ FDਆਂ ਇਲਾਹਾਬਾਦ ਬੈਂਕ ਆਪਣਾ ਰੈਜੀਡੈਂਸੀ ਰੋਡ ਬ੍ਰਾਂਚ 'ਚੋਂ ਬਣੀਆਂ। ਸਾਡੇ ਅਕਾਊਂਟ ਉੱਥੇ ਸੀ, ਅਸੀਂ ਉੱਥੋਂ ਅਕਾਊਂਟ 'ਚੋਂ ਟ੍ਰਾਂਸਫਰ ਕਰਕੇ FDਆਂ ਬਣਾਈਆਂ ਜੀ। ਔਰ ਇਹ FDਆਂ ਮੇਰੇ ਪਾਸ ਸਨ ਜਦੋਂ ਦਾ ਮੈਂ ਸਕੱਤਰ ਸੀ ਜੀ। ਇਹ ਉਸ ਤੋਂ ਬਾਅਦ ਹੁਣ ਤੱਕ ਸਾਡੀ ਕਮੇਟੀ 6.5 ਸਾਲ ਟੈਨਿਓਰ ਹੋ ਗਿਆ, 6.5 ਸਾਲ ਹੋ ਗਿਆ। ਟੈਨਿਓਰ ਤਾਂ 5 ਸਾਲ ਦਾ ਸੀ, ਉਹ ਖਤਮ ਹੋ ਗਿਆ, 1.5 ਸਾਲ ਉੱਪਰ ਵੀ ਹੋ ਗਿਆ। ਹਾਂਜੀ। ਇਹਨਾਂ ਲੋਕਾਂ ਦੇ ਇਸ ਪ੍ਰਬੰਧ ਨੂੰ ਅੱਗੇ ਨਿਭਾਇਆ ਇਹਨਾਂ ਨੇ, ਜਿਹੜੀ ਕਿ ਦੇਖੋ ਉਸ ਤੋਂ ਬਾਅਦ ਬਹੁਤ ਸਾਰੀਆਂ ਪ੍ਰਾਪਰਟੀਆਂ ਦੀ ਇਹਨਾਂ ਨੂੰ ਆਮਦਨ ਆਈ ਹੈ। ਹਾਂਜੀ। ਟਾਹਲੀ ਸਾਹਿਬ ਗੁਰਦੁਆਰੇ ਦੀਆਂ 4 ਦੁਕਾਨਾਂ ਵੇਚਣ ਹੋਈਆਂ, ਇਹ ਜਿਹੜੀਆਂ ਕਿ ਇਹਨਾਂ ਨੇ ਪਗੜੀ ਲੈ ਕੇ ਲੋਕਾਂ ਨੂੰ ਦਿੱਤੀਆਂ, 16 ਲੱਖ ਦੀਆਂ ਦੁਕਾਨਾਂ ਗਈਆਂ। ਕੋਈ ਰਘੁਨਾਥ ਬਾਜ਼ਾਰ ਦੀ ਇੱਕ ਦੁਕਾਨ ਟ੍ਰਾਂਸਫਰ ਕਰਨ ਦਾ ਇਹਨਾਂ ਨੇ 25 ਲੱਖ ਰੁਪਈਆ ਲਿਆ। ਕੋਈ ਇੱਕ ਰਘੁਨਾਥ ਬਾਜ਼ਾਰ ਰੈਜੀਡੈਂਸੀ ਰੋਡ ਤੇ ਇੱਕ ਦੁਕਾਨ ਸੀ, ਜਿਹੜੇ ਪਹਿਲੇ ਸਾਡੇ ਐਡਮਿਨਿਸਟ੍ਰੇਟਰ ਰਹੇ ਨੇ ਹਰਜਿੰਦਰ ਸਿੰਘ ਆਨੰਦ, ਉਹਨਾਂ ਦੇ ਕੋਲ ਦੁਕਾਨ ਸੀ, ਉਹਨਾਂ ਦੇ ਦੂਸਰੇ ਬੇਟੇ ਦੇ ਨਾਂ, ਉਹਨਾਂ ਦੀ ਡੈਥ ਹੋ ਗਈ, ਉਹਨਾਂ ਦੇ ਬੇਟੇ ਦੂਸਰੇ ਦੇ ਨਾਂ ਟ੍ਰਾਂਸਫਰ ਕਰਨ ਦਾ ਵੀ 10 ਲੱਖ ਰੁਪਈਆ ਲਿਆ। ਇਸ ਤਰ੍ਹਾਂ ਹੋਰ ਛੋਟੀਆਂ ਰਕਮਾਂ ਇਹਨਾਂ ਨੂੰ ਬਹੁਤ ਸਾਰੀਆਂ ਲੋਕਾਂ ਦੇ ਐਗਰੀਮੈਂਟ ਟ੍ਰਾਂਸਫਰ ਕਰਨ ਦੇ ਇਹਨਾਂ ਨੇ ਪੈਸੇ ਲਏ ਨੇ, ਕਾਫੀ ਮਾਇਆ ਆਈ। ਔਰ ਫਿਰ ਇਹਨਾਂ ਨੇ ਮਾਈ ਰਾਮੀ ਦਾ ਗੁਰਦੁਆਰਾ, ਜਿਸ ਨੂੰ ਕਿ ਲੋਕੀ ਕਹਿੰਦੇ ਨੇ ਵੇਚ ਛੱਡਿਆ, ਵੇਚਿਆ ਇਸ ਸੈਂਸ ਨਾਲ ਹੈ ਕਿ ਉਹ ਲੀਜ਼ 'ਤੇ ਇਹਨਾਂ ਨੇ ਪਗੜੀ ਲੈ ਕੇ ਲੋਕਾਂ ਨੂੰ ਲੀਜ਼ 'ਤੇ ਦੇ ਛੱਡਿਆ। ਹੁਣ ਜਿਨ੍ਹਾਂ ਤੋਂ ਪਗੜੀ ਤੁਸੀਂ ਲੈ ਲਈ, ਐਡਵਾਂਸ ਲੈ ਲਿਆ, ਉਹ ਇੱਕ ਤਰੀਕੇ ਦਾ ਵਿਕਣਾ ਸਮਝਿਆ ਜਾਂਦਾ ਹੈ, ਕਿਉਂਕਿ ਉਹ ਹੁਣ ਜਦ ਵੀ ਉਹ ਪ੍ਰਾਪਰਟੀ ਅੱਗੇ ਕਿਤੇ ਸਬਲੈਟ ਹੋਏਗੀ, ਉਹ ਸ਼ਖਸ ਜਿਸ ਨੇ ਤੁਹਾਨੂੰ ਗੁਰਦੁਆਰਾ ਪ੍ਰਬੰਧ ਨੂੰ ਕਮੇਟੀ ਨੂੰ ਜਿਹੜੀ ਪਗੜੀ ਦਿੱਤੀ ਹੈ, ਹੁਣ ਲੈਣ ਦਾ ਲਾਇਬਲ ਉਹ ਹੈਗਾ ਜੀ। ਹੁਣ ਅੱਗੇ ਪਗੜੀ ਲੈਣ ਦਾ ਲਾਇਬਲ ਉਹ ਹੈ, ਤੇ ਉਹ ਇੱਕ ਤਰੀਕੇ ਦਾ ਸਾਡੇ ਕੋਲੋਂ ਤਾਂ ਪ੍ਰਾਪਰਟੀ ਨਿਕਲ ਗਈ। ਅਗਰ ਉਹ ਅੱਜ ਕੱਲ ਸਾਨੂੰ ਕਿਰਾਇਆ ਦੇਣਾ ਬੰਦ ਕਰ ਦੇਣਗੇ ਤੇ ਅਸੀਂ 20 ਸਾਲ ਕੋਰਟਾਂ ਵਿੱਚ ਹੀ ਕੇਸ ਲੜਦੇ ਰਹਾਂਗੇ। ਕਬਜ਼ਾ ਵੀ ਉਹਨਾਂ ਲੋਕਾਂ ਦਾ। ਫਿਰ ਮੋਰ ਓਵਰ ਇਹਨਾਂ ਨੇ ਉਹਨਾਂ ਨੂੰ ਕੰਸਟਰਕਸ਼ਨ ਕਰਨ ਦੀ ਵੀ ਇਜਾਜ਼ਤ ਦੇ ਦਿੱਤੀ ਹੈ ਕਿ ਤੁਸੀਂ ਕੰਸਟਰਕਸ਼ਨ ਕਰ ਲਓ। ਇੱਕ ਪਾਰਟੀ ਨੇ ਤੇ ਖੁਦ ਹਾਲ ਕੰਸਟਰਕਟ ਕੀਤਾ, ਜਿਸ ਨੇ ਹਾਲ ਬਣਾਇਆ ਖੁਦ ਹੈ, ਕਬਜ਼ਾ ਉਹਦਾ ਹੈ, ਤੇ ਕੱਲ ਉਹ ਕਿਰਾਇਆ ਦੇਣਾ ਵੀ ਬੰਦ ਕਰ ਦੇਣਗੇ ਤੇ ਅਸੀਂ ਕੋਰਟਾਂ ਵਿੱਚ ਹੀ ਲੜਾਈ ਲੜਦੇ ਰਹਾਂਗੇ 20 ਸਾਲ। ਫਿਰ ਤੁਹਾਨੂੰ ਪਤਾ ਕਿ ਅੱਜ ਕਮੇਟੀ ਹੋਰ ਹੈ, ਕੱਲ ਹੋਰ ਹੈ, ਕੋਈ ਇੰਟਰਸਟ ਲੈਂਦਾ ਨਹੀਂ ਲੈਂਦਾ, ਉਹ ਬਹੁਤ ਸਾਰੀਆਂ ਪ੍ਰਾਪਰਟੀਆਂ ਦੇ ਝਗੜੇ ਪਏ। ਸੋ ਇਸ ਕਰਕੇ ਇਹ ਬਹੁਤ ਸਾਰਾ ਪੈਸਾ 2 ਤੋਂ 2.5 ਕਰੋੜ ਰੁਪਈਆ ਜਿਹੜਾ ਆਇਆ ਇਸ ਦੌਰਾਨ ਜੀ। ਲੇਕਿਨ ਇਸ ਕਮੇਟੀ ਦੇ ਕੋਲ ਇਹਨਾਂ ਨੇ ਪਾਣੀ ਦੀ ਤਰ੍ਹਾਂ ਉਸ ਪੈਸੇ ਨੂੰ ਬਹਾਇਆ। ਇਹਨਾਂ ਦੀ ਬੈਂਕ ਪੋਜੀਸ਼ਨ ਫਿਰ ਉੱਥੇ ਦੀ ਉੱਥੇ ਖੜੀ। ਔਰ ਮੈਂ ਇਸ ਗੱਲ ਤੋਂ ਕਹਿ ਸਕਦਾ, ਜਦ ਇਹ FDਆਂ ਮੇਰੇ ਤੋਂ ਮੰਗ ਰਹੇ ਨਹੀਂ, ਇਹਦਾ ਮਤਲਬ ਇਹਨਾਂ ਦੇ ਕੋਲ ਪੈਸਾ ਨਹੀਂ ਹੈ ਬੈਂਕ। ਅਗਰ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਬੁੱਤ ਲਗਵਾਉਣਾ ਬਾਬਾ ਬੰਦਾ ਸਿੰਘ ਬਹਾਦਰ ਦਾ, ਸਾਡੇ ਪਾਸ ਮਾਇਆ ਨਹੀਂ, ਉਹ FDਆਂ ਨਹੀਂ ਦੇ ਰਹੇ, ਤੇ ਕਲੀਅਰ ਹੋ ਗਿਆ ਨਾ ਕਿ ਇਹਨਾਂ ਦੇ ਕੋਲ ਪੈਸਾ ਨਹੀਂ। ਕਿੱਥੇ ਗਿਆ ਪੈਸਾ? 2.5-3 ਕਰੋੜ ਰੁਪਈਆ, 2-2.5 ਕਰੋੜ ਰੁਪਈਆ, 3 ਕਰੋੜ ਰੁਪਈਆ ਜੋ ਆਇਆ। ਦੇਖੋ, ਦਾਸ ਨੇ ਕੁਝ ਨਹੀਂ ਕੀਤਾ, ਗੁਰਦੁਆਰੇ ਦੀ ਮਾਇਆ ਸੀ, ਹਾਂ ਉਸ ਦੀ ਸੰਭਾਲ ਅਸੀਂ ਜ਼ਰੂਰ ਕੀਤੀ। ਅਗਰ ਰੂਟੀਨ ਦੀ ਸੰਭਾਲ ਗੋਲਕਾਂ ਦੀ ਆਮਦਨ ਤੋਂ ਸਾਲ ਦਾ ਅਗਰ 20 ਲੱਖ ਰੁਪਈਆ ਮੈਂ FDਆਂ ਕਰਵਾ ਸਕਦਾ ਸੀ, ਤੇ ਰੂਟੀਨ ਦੀ ਆਮਦਨ ਤੇ ਹੀ ਅਗਰ ਅਸੀਂ ਚੱਲਦੇ ਤੇ ਇਹਨਾਂ 5 ਸਾਲ ਵਿੱਚ 1 ਕਰੋੜ ਰੁਪਇਆ ਇਹਨਾਂ ਨੂੰ FD ਬਣਾਉਣੀ ਚਾਹੀਦੀ, ਇਹਨਾਂ ਕੋਲ ਵੀ ਹੋਣੀ ਚਾਹੀਦੀ ਸੀ, ਜਦ ਕਿ ਇਹਨਾਂ ਕੋਲ ਪੈਸਾ ਨਹੀਂ।
ਇਹ ਮੈਨੂੰ ਕਹਿੰਦੇ ਨੇ ਕਿ ਤੁਸੀਂ ਉਹ FD ਦਿਓ। ਔਰ ਮੈਨੂੰ ਬਹੁਤ ਸਾਰੇ ਸਾਡੇ ਬਜ਼ੁਰਗ ਲੋਕਾਂ ਨੇ ਮੈਨੂੰ ਅਪਰੋਚ ਕੀਤੀ ਕਿ ਰਾਣਾ ਸਾਹਿਬ ਤੁਸੀਂ ਇਹ FD ਇਹਨਾਂ ਨੂੰ ਨਾ ਦਿਓ, ਇਹ ਪੈਸਾ ਵੀ ਰੋੜ ਜਾਣਗੇ। ਤੁਸੀਂ ਇਹਨਾਂ FDਆਂ ਦੇ ਲਈ ਕਿਹੜਾ ਸਹੀ ਮਤਲਬ ਸਮਾਂ ਦੇਖਦੇ ਹੋ ਕਿ ਮਤਲਬ ਇਹ FD? ਹਾਂ, ਜਿਹੜੀ ਵੀ ਕੱਲ ਗਵਰਨਮੈਂਟ ਕੋਈ ਕਮੇਟੀ ਨਾਮਜ਼ਦ ਕਰਕੇ ਬਣਾ ਦਿੰਦੀ ਹੈ ਜਾਂ ਇਲੈਕਸ਼ਨ ਹੋ ਕੇ ਨਈ ਕਮੇਟੀ ਆਉਂਦੀ ਹੈ, FD ਆਉਂਦੀ ਹੈ, ਕਮੇਟੀ ਦੇ ਨਾਂ ਦੀ FD ਕੋਈ ਰਹਿਣੇ ਦੇ ਨਾਂ ਤੇ ਥੋੜੀ ਨੇ। ਜੀ ਜੀ, ਗੁਰਦੁਆਰਾ ਸਾਹਿਬ ਦਾ ਪੈਸਾ ਹੈ, ਗੁਰਦੁਆਰਾ ਕਮੇਟੀ ਦੇ ਨਾਂ ਤੇ, ਕੋਈ ਕਢਾ ਹੀ ਨਹੀਂ ਸਕਦਾ ਬੈਂਕ ਤੋਂ ਉਹ ਸੇਫ ਹੈ ਬੈਂਕ ਦੇ ਵਿੱਚ ਪੈਸਾ ਜੀ। ਇਹ ਠੀਕ ਹੈ, ਮੈਂ ਰਿਆਸਤ ਤੋਂ ਬਾਹਰ ਸੀ ਉਸ ਦਿਨ ਗੁਰਪੁਰਬ ਤੇ ਮੈਨੂੰ ਪਤਾ ਲੱਗਾ, ਉੱਥੇ ਵੀ ਮੈਨੂੰ ਕਿਸੇ ਨੇ ਫੋਨ ਕਰਕੇ ਕਿਹਾ ਕਿ ਉੱਥੇ ਵੀ ਇਹ ਚਰਚਾ ਕੀਤੀ ਗਈ ਜੀ ਕਿ ਉਹ ਪੈਸਾ ਰੱਖ ਕੇ ਬੈਠਾ ਸਾਨੂੰ ਦੇਣ। ਉਹ ਭਾਈ ਮੈਂ ਪੈਸਾ ਕੋਈ ਖਾ ਗਿਆ? ਕੋਈ ਰਹਿਣੇ ਨੇ ਤੇ ਪੈਸੇ ਦਾ ਨਾ ਗਲਤ ਇਸਤੇਮਾਲ ਹੋਣ ਦਿੱਤਾ ਆਪਣੇ ਟਾਈਮ ਤੇ ਨਾ ਉਸ ਤੋਂ ਬਾਅਦ ਕੀਤਾ ਹੈਗਾ ਜੀ। ਉਹ ਪੈਸਾ ਬਿਲਕੁਲ ਗੁਰਦੁਆਰਾ ਦੀ ਸੇਫ ਕਸਟਡੀ ਵਿੱਚ ਪੈਸਾ ਪਿਆ, ਬੈਂਕ ਦੇ ਵਿੱਚ ਪਿਆ ਹੋਇਆ। ਹਾਂ, ਉਹਦੀਆਂ ਓਰੀਜਨਲ FDਆਂ ਮੇਰੇ ਪਾਸ ਨੇ। ਇਹਨਾਂ ਨੇ ਬੈਂਕ ਤੋਂ ਇਹ FDਆਂ ਨੇ ਬੈਂਕ ਦੀਆਂ ਜੀ। ਇਹ 1 2 3 ਔਰ 4 FDਆਂ ਨੇ 5-5 ਲੱਖ ਜੀ। ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਗੁਰਦੁਆਰਾ ਜੀ। ਪ੍ਰਬੰਧਕ ਕਮੇਟੀ ਦੇ ਨਾਂ ਦੀਆਂ FDਆਂ ਜੀ। ਇੱਕ ਵਾਰੀ ਮੈਂ ਦਰਸ਼ਕਾਂ ਨੂੰ ਦਿਖਾ ਦਿੰਨੀ ਆ ਕਿ ਇਹ ਜਿਹੜੀ ਰੈਣਾ ਸਾਹਿਬ ਨੇ FDਆਂ ਦੀ ਜਿਹੜੀ ਓਰੀਜਨਲ FDਆਂ ਨੇ ਇਹ ਤੁਸੀਂ ਵੇਖ ਸਕਦੇ ਹੋ। ਤੇ ਇਹਨਾਂ ਨੇ ਕਿਹਾ ਕਿ ਸੰਗਤ ਦਾ ਪੈਸਾ ਗੁਰਦੁਆਰਾ ਸਾਹਿਬ ਦਾ ਪੈਸਾ ਹੈ, ਗੁਰੂ ਦੀ ਗੋਲਕ ਦਾ ਪੈਸਾ ਹੈ ਔਰ ਇਹਨਾਂ ਦੇ ਕਹਿਣ ਦੇ ਮੁਤਾਬਿਕ ਇਹ ਸੇਫ ਹੈ ਇਲਾਹਾਬਾਦ ਬੈਂਕ ਦੇ ਵਿੱਚ। ਇਲਾਹਾਬਾਦ ਬੈਂਕ ਦੇ ਜੀ, ਇਲਾਹਾਬਾਦ ਬੈਂਕ ਦੇ ਵਿੱਚ ਇਹ ਪੈਸਾ। ਤੇ ਵੀਰ ਜੀ ਹੁਣ ਜਿਵੇਂ ਤੁਸੀਂ ਦੱਸਿਆ ਹੈ ਨਾ FD ਦੇ ਬਾਰੇ ਦੇ ਵਿੱਚ, ਬਾਈ ਚਾਂਸ ਜੇਕਰ ਤੁਹਾਡੀ ਸੋਚ ਦੇ ਮੁਤਾਬਿਕ ਜੇਕਰ ਹੁਣ ਜਿਵੇਂ ਬਹੁਤ ਸਾਰਾ ਇਹ ਮੁੱਦਾ ਜਿਹੜਾ ਜ਼ਿਆਦਾ ਚੱਲ ਰਿਹਾ ਚਰਚਾ ਦੇ ਵਿੱਚ ਇਲੈਕਸ਼ਨ ਤੇ ਨੋਮੀਨੇਸ਼ਨ ਨੂੰ ਲੈ ਕੇ, ਜੇ ਤੁਸੀਂ ਇਹਨੂੰ ਕਿਵੇਂ ਵੇਖਦੇ ਹੋ? ਜੇ ਇਲੈਕਸ਼ਨ ਹੁੰਦੀ ਹੈ ਕਿਆ ਤੁਸੀਂ ਇਲੈਕਸ਼ਨ ਲੜੋਗੇ ਜਾਂ ਨੋਮੀਨੇਸ਼ਨ ਹੁੰਦੀ ਹੈ? ਤੁਸੀਂ ਇਹਨਾਂ ਦੋਨਾਂ ਪੱਖਾਂ ਨੂੰ ਨੋਮੀਨੇਸ਼ਨ ਵਿੱਚ ਕੋਰਟ ਦੇ ਜੋ ਡਾਇਰੈਕਸ਼ਨ ਦਿੱਤੀ ਉਹਦੇ ਵਿੱਚ ਜਿਹੜੇ ਪ੍ਰੈਜ਼ੈਂਟ ਜਿਹੜੇ ਕਮੇਟੀ ਮੈਂਬਰ ਨਹੀਂ ਆ ਸਕਦੇ ਜੀ ਜੀ, ਉਹਦੇ ਵਿੱਚ ਅਸੀਂ ਆ ਨਹੀਂ ਸਕਦੇ ਹਾਂ। ਬਾਕੀ ਅੱਗੋਂ ਇਲੈਕਸ਼ਨ ਲੜਨ ਦਾ ਮੈਂ ਬਿਲਕੁਲ ਨਾ ਲੜਨ ਦਾ ਇਰਾਦਾ ਤੇ ਨਾ ਕੋਈ ਹੈ। ਮੈਂ ਪਿਛਲੀ ਵਾਰ ਵੀ ਨਹੀਂ ਸੀ ਲੜ ਰਿਹਾ, ਮੈਨੂੰ ਸਾਰਿਆਂ ਨੇ ਮਜਬੂਰ ਕੀਤਾ ਤੇ ਮੈਂ ਉਹ ਇਲੈਕਸ਼ਨ ਮੈਨੂੰ ਤਾਂ ਲੜਨੀ ਪਈ, ਲੇਕਿਨ ਉਹ ਵੀ ਮੈਂ ਸਮਝਦਾ ਮੈਂ ਲੜ ਕੇ ਗਲਤ ਹੋਇਆ। ਸਾਨੂੰ ਅਗਰ ਕੁਝ ਕਰ ਨਹੀਂ ਸਕਦੇ ਤੇ ਫਿਰ ਇਲੈਕਸ਼ਨ ਲੜਨ ਦਾ ਫਾਇਦਾ ਵੀ ਕੋਈ ਨਹੀਂ ਹੈ। ਸੋ ਅੱਗੇ ਮੇਰੇ ਇਲੈਕਸ਼ਨ ਲੜਨ ਦਾ ਕੋਈ ਐਸਾ ਵਿਚਾਰ ਨਹੀਂ। ਇੱਕ ਗੱਲ ਮੈਂ ਇੱਥੇ ਹੋਰ ਕਰਦੇ ਹਾਂ ਕਿ ਜਿਹੜੀ ਗੱਲ ਗੁਰਪੁਰਬਾਂ ਤੇ ਵੀ ਇਹਨਾਂ ਨੇ ਦੁਹਰਾਈ ਹੈ, ਮੈਂ ਇਹਨਾਂ ਦੀ ਗੱਲ ਤੇ ਹੀ ਗੱਲ ਕਰ ਰਿਹਾ ਕਿ ਜੋ ਮੇਰੇ ਵਿਰੋਧੀਆਂ ਨੇ ਉੱਥੇ ਇਹ ਪ੍ਰੋਪਗੈਂਡਾ ਕੀਤਾ ਹੈ ਮੇਰੇ ਖਿਲਾਫ ਕਿ ਬਈ ਇਹ ਸਾਨੂੰ ਪੈਸਾ FDਆਂ ਦਾ ਨਹੀਂ ਦਿੱਤਾ ਗਿਆ ਤਾਂ ਕਿ ਅਸੀਂ ਕਜਵਾਨੀ ਜਿਹੜਾ ਚੌਕ ਵਿੱਚ ਬੁੱਤ ਲਗਾਉਣਾ ਸੀ। ਪਹਿਲੀ ਗੱਲ ਕਿ ਬੁੱਤ ਜਿਹੜਾ ਹੈ ਉਹ ਕੁਵਿੰਦਰ ਗੁਪਤਾ ਡਿਪਟੀ CM ਦੇ ਕੋਲ ਬਣਿਆ ਪਿਆ ਦਾ ਲਗਾਉਣ ਵਾਸਤੇ। ਉਹ ਸਿਰਫ ਪੋਲੀਟੀਸ਼ੀਅਨ ਕਿਉਂਕਿ ਉਸ ਵਕਤ ਲਗਾਉਣਾ ਠੀਕ ਸਮਝਦੇ ਜਿਸ ਤਰ੍ਹਾਂ ਕੋਈ ਇਲੈਕਸ਼ਨ ਵੋਟਾਂ ਦੀ ਗੱਲ ਆਵੇ ਸੋ ਉਹਨਾਂ ਦਾ। ਦੂਸਰੀ ਗੱਲ, ਅਗਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਕੁਜਵਾਨੀ ਚੌਕ ਵਿੱਚ ਬੁੱਤ ਲਗਾਉਣਾ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ, ਉਸ ਵਾਸਤੇ ਉਹਨਾਂ ਨੂੰ ਮਾਇਆ ਦੀ ਜ਼ਰੂਰਤ ਸੀ ਤੇ ਮੇਰੇ ਤੋਂ FDਆਂ ਦੀ ਡਿਮਾਂਡ ਕੀਤੀ ਜਾ ਰਹੀ ਸੀ ਜੀ। ਲੇਕਿਨ ਬੁੱਤ ਜਿਹੜਾ ਉਹ ਗੁਰੂ ਨਾਨਕ ਨਗਰ ਸਿੰਘ ਸਭਾ ਗੁਰੂ ਨਾਨਕ ਨਗਰ ਵਿਖੇ ਵੀ ਲਗਾਇਆ ਗਿਆ ਬੁੱਤ ਬਾਬਾ ਬੰਦਾ ਸਿੰਘ ਬਹਾਦਰ ਦਾ। ਅਗਰ ਮਨਸ਼ਾ ਇਹੀ ਸੀ ਕਿ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ ਲਗਾਉਣਾ ਹੈ, ਇਹ ਪੈਸਾ ਸਾਨੂੰ ਉਹਦੇ ਵਾਸਤੇ ਕਰਦਾ। ਹੁਣ ਵੀ ਤੇ ਉੱਥੇ ਜਿਹੜਾ ਬੁੱਤ ਲੱਗਿਆ ਉਹ ਕੁਜਵਾਨੀ ਚੌਕ ਵਿੱਚ ਕਿਉਂ ਨਹੀਂ ਲਗਾਇਆ ਗਿਆ? ਗੁਰੂ ਘਰਾਂ ਦੇ ਅੰਦਰ ਬੁੱਤ ਨਹੀਂ ਲਗਾਏ ਜਾਂਦੇ। ਸਾਡੀ ਧਰਮ ਦੇ ਵਿੱਚ ਮੂਰਤੀ ਪੂਜਾ ਬੁੱਧ ਪੂਜਾ ਜਿਹੜੀ ਇਹ ਮਨਾਈ ਹੈ, ਇਹ ਕੋਈ ਰਹਿਤ ਮਰਿਆਦਾ ਵਿੱਚ ਨਹੀਂ ਹੈ ਕਿ ਬਈ ਅਸੀਂ ਗੁਰਦੁਆਰਿਆਂ ਦੇ ਅੰਦਰ ਬੁੱਤ ਇਹੋ ਜਿਹੇ ਲਗਾਏ ਜਾਣ। ਗੁਰੂਆਂ ਤੋਂ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਵੀ ਨਹੀਂ ਸੀ। ਗੁਰੂਆਂ ਦੀ ਸ਼ਖਸੀਅਤ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਖਸੀਅਤ ਨਹੀਂ ਸੀ ਜੀ। ਅਗਰ ਗੁਰੂਆਂ ਦੇ ਬੁੱਤ ਨਹੀਂ ਲੱਗੇ ਗੁਰਦੁਆਰਿਆਂ ਅੰਦਰ, ਸਾਡੇ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੀ ਸਿਰ ਉਸੀ ਦੇ ਅੱਗੇ ਝੁਕ ਸਕਦਾ। ਅੱਜ ਕਿਸੇ ਗੁਰਦੁਆਰੇ ਵਿੱਚ ਤੁਸੀਂ ਨਹੀਂ ਦੇਖਿਆ ਹੋਵੇਗਾ ਕਿ ਕੋਈ ਬੁੱਤ ਲੱਗਿਆ। ਵੀਰ ਜੀ ਉਹਨਾਂ ਦਾ ਮਤਲਬ ਕਿ ਜਿੰਨਾ ਕੁ ਮੈਂ ਸੁਣਿਆ ਉਹਨਾਂ ਨੇ ਕਿਹਾ ਕਿ ਜਿਹੜੀ ਉੱਥੋਂ ਦੀ ਗੁਰਦੁਆਰੇ ਦੀ ਆਪਣੀ ਜਿਹੜੀ ਪ੍ਰਬੰਧਕ ਕਮੇਟੀ ਹੈ ਉਹਨਾਂ ਨੇ ਉਹ ਬੁੱਤ ਲਗਾਇਆ ਤੇ 2 ਸਿੱਖ, ਔਰ ਉਹਨਾਂ ਨੇ ਇਹ ਲਿਖ ਕੇ ਲਾਇਆ ਵੀ ਸਿੱਖ ਵਿਰਸਾ। ਵੀ ਜਿਵੇਂ ਆਪਾਂ ਕਿਤੇ ਮਿਊਜ਼ੀਅਮ 'ਚ ਜਾਂਦੇ ਆ, ਜਿਵੇਂ ਮਿਊਜ਼ੀਅਮਸ 'ਚ ਜਾ ਕੇ ਆਪਾਂ ਦੇਖਦੇ ਆ ਵੀ ਬੱਚਿਆਂ ਨੂੰ, ਕਿਉਂਕਿ ਅੱਜ ਕੱਲ੍ਹ ਜਿਹੜੇ ਜਿੱਥੋਂ ਤੱਕ ਮੇਰੀ ਸੋਚ ਕਹਿੰਦੀ ਆ, ਆਪਾਂ ਕਹਿੰਦੇ ਬੱਚੇ ਅੱਜ ਕੱਲ੍ਹ ਨਾ ਵਿਜ਼ੂਅਲਸ ਨੂੰ ਜ਼ਿਆਦਾ ਜਲਦੀ ਕੈਚ ਕਰਦੇ ਨੇ।
ਤਾਂ ਉਹ ਬੁੱਤ ਦੇ ਹਿਸਾਬ ਦੇ ਨਾਲ, ਔਰ ਉੱਥੇ ਲਿਖਿਆ ਵੀ ਆ, ਮੈਂ ਪੜ੍ਹਿਆ ਪੰਜਾਬੀ ਦੇ ਵਿੱਚ ਲਿਖਿਆ ਸਿੱਖ ਵਿਰਸਾ ਵੀ, ਉਹ ਵਿਰਸਾ ਸਾਡਾ। ਤੇ ਇਹ ਜਿੱਦਾਂ ਕਿ ਬਾਹਰ ਅਗਰ ਗਾਰਡਨ ਦੇ ਵਿੱਚ ਉਹ ਬੁੱਤ ਲਗਾਏ ਗਏ ਨੇ ਉਹ ਤਾਂ, ਔਰ ਦੂਜਾ ਇਹ ਵੀ ਜਦੋਂ ਇਹ ਗੱਲ ਮੈਂ ਸੁਣੀ ਸੀ ਤਾਂ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਪੈਸਾ ਬੁੱਤ ਲਾਉਣ ਦਾ, ਇਹ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਨਹੀਂ, ਉਹ ਨਾਨਕ ਨਗਰ ਦੀ ਕਮੇਟੀ ਕਹਿੰਦੀ ਹੈ ਅਸੀਂ ਆਪਣੇ ਪੈਸੇ ਤੋਂ ਲਾਇਆ। ਮੈਂ ਇੱਥੇ ਇਸ ਗੱਲ ਦੇ ਨਾਲ ਸਹਿਮਤੀ ਨਹੀਂ ਦਿਆਂਗਾ, ਮੈਂ ਸਹਿਮਤ ਨਹੀਂ ਇਸ ਗੱਲ ਤੇ ਜੀ। ਗੁਰਦੁਆਰਾ ਗੁਰੂ ਨਾਨਕ ਨਗਰ ਡਿਸਟ੍ਰਿਕਟ ਕਮੇਟੀ ਦੇ ਅੰਡਰ ਹੈ ਜੀ, ਉੱਥੇ ਜੋ ਕੁਝ ਹੋਏਗਾ ਡਿਸਟ੍ਰਿਕਟ ਕਮੇਟੀ ਦੀ ਮਰਜ਼ੀ ਦੇ ਨਾਲ ਹੁੰਦਾ ਹੈ ਜੀ। ਇਸ ਤੋਂ ਇਲਾਵਾ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 24 ਲੱਖ ਰੁਪਈਆ ਨਾਨਕ ਨਗਰ ਗੁਰਦੁਆਰਾ ਸਾਹਿਬ ਦੇ ਲਈ ਕੰਸਟਰਕਸ਼ਨ ਲਈ ਪੈਸਾ ਦਿੱਤਾ ਹੈ, ਕਿਉਂਕਿ ਉਹਨਾਂ ਦੇ ਪਾਸ ਮਾਇਆ ਦੀ ਕਮੀ ਸੀ ਜੀ। ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪਰੋਚ ਕੀਤੀ ਗਈ, 24 ਲੱਖ ਰੁਪਈਆ ਅੱਜ ਦੀ ਡੇਟ ਵਿੱਚ ਵੀ ਉਹਨਾਂ ਦੇ ਨਾਂ ਲੱਗਦਾ ਹੈ, ਉਹ ਦਿੱਤਾ ਗਿਆ। ਜੇ ਉਹਨਾਂ ਕੋਲ ਗੁਰਦੁਆਰਾ ਸਾਹਿਬ ਦੀ ਕੰਸਟਰਕਸ਼ਨ ਵਾਸਤੇ ਪੈਸਾ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਹੀ ਹੈ, ਡੀਜੀਪੀਸੀ ਦੇ ਰਹੀ ਹੈ, ਤੇ ਡੀਜੀਪੀਸੀ ਕਿਵੇਂ ਕਹਿ ਰਹੀ ਹੈ ਕਿ ਭਈ ਇਹ ਉਸ ਕਮੇਟੀ ਨੇ ਲਗਾਇਆ ਕਿ ਅਸੀਂ ਨਹੀਂ। ਫਿਰ ਦੂਸਰੀ ਗੱਲ, ਜਿਸ ਦਿਨ ਉਸ ਬੁੱਤ ਦੀ ਸਥਾਪਨਾ ਹੋਈ ਹੈ ਸਾਰੀ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਮੌਜੂਦ ਹੈ, ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਕੱਤਰ ਉੱਥੇ ਬੋਲ ਰਿਹਾ ਹੈ। ਇਹ ਮਸਲਾ ਉਸ ਦਿਨ ਵੀ ਉੱਥੇ ਉਹਨਾਂ ਨੇ ਐਫਡੀਆਂ ਦਾ ਉਠਾਇਆ ਜੀ। ਅਗਰ ਇਹ ਉਹਨਾਂ ਦੀ ਮਨਸ਼ਾ ਸੀ, ਜੇ ਉੱਥੇ ਮਾਇਆ ਉਹਨਾਂ ਕੋਲ ਬੁੱਤ ਲਈ ਗੁਰਦੁਆਰੇ 'ਚ ਲਗਾਉਣ ਵਾਸਤੇ ਆਇਆ ਸੀ, ਇਹੀ ਬੁੱਤ ਉੱਥੇ ਕੁਜਵਾਨੀ ਕਿਉਂ ਨਹੀਂ ਲਗਾਇਆ ਗਿਆ? ਮੇਰਾ ਇਹ ਸਵਾਲ ਕਿ ਭਈ ਅਗਰ ਤੁਸੀਂ ਬੁੱਤ ਕੁਜਵਾਨੀ ਲਗਾਉਣਾ ਚਾਹੁੰਦੇ ਸੀ, ਇਹ ਬੁੱਤ ਉੱਥੇ ਲਗਾਇਆ ਜਾ ਸਕਦਾ ਸੀ ਨਾ। ਗੁਰੂ ਘਰਾਂ ਵਿੱਚ ਤੁਸੀਂ ਕਿਤੇ ਦੇਖਿਆ ਬੁੱਤ ਲੱਗੇ ਹੋਏ? ਅੱਜ ਵੀ ਲੋਕੀ ਉੱਥੇ ਮੱਥਾ ਟੇਕਣਾ ਸ਼ੁਰੂ ਹੋ ਗਏ ਨੇ ਬੁੱਤ। ਉਹ ਮੂਰਤੀ ਪੂਜਾ ਵਾਲਾ ਸਿਸਟਮ ਸਾਡੇ ਉੱਥੇ ਮੱਥਾ ਟੇਕਣਾ। ਤੁਸੀਂ ਇਸ ਤੋਂ ਪਹਿਲਾਂ ਦੇਖਿਆ ਨਿਸ਼ਾਨ ਸਾਹਿਬ ਜਿਹੜੇ ਸਾਡੇ ਹੈਗੇ ਨੇ, ਅਸੀਂ ਕੋਈ ਨਿਸ਼ਾਨ ਸਾਹਿਬ ਨੂੰ ਮੱਥਾ ਨਹੀਂ ਟੇਕਣਾ ਹੁੰਦਾ, ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਟੇਕਣਾ ਹੁੰਦਾ, ਲੇਕਿਨ ਸੰਗਤਾਂ ਮੱਥਾ ਸ਼ਰਧਾ ਨਾਲ ਉੱਥੇ ਵੀ ਟੇਕਦੀਆਂ। ਇਹੀ ਹਾਲ ਇੱਥੇ ਆ ਗਿਆ, ਔਰ ਆਉਣ ਵਾਲੀ ਜਨਰੇਸ਼ਨ ਅੱਜ ਤੋਂ 20 ਸਾਲ ਬਾਅਦ 25 ਸਾਲ ਬਾਅਦ ਸਾਰੇ ਇੱਥੇ ਮੱਥਾ ਟੇਕਣਗੇ, ਇਸ ਬੁੱਤ ਨੂੰ ਵੀ ਮੱਥਾ ਟੇਕਣਗੇ। ਕਿਆ ਸਾਡੇ ਸਿਧਾਂਤ ਨਾਲ ਇਹ ਮੇਲ ਖਾਏਗਾ? ਇਹ ਗੱਲ ਮੇਲ ਖਾਂਦੀ ਹੈ? ਸੋ ਮਰਿਆਦਾ ਦੇ ਵਿੱਚ ਰਹਿ ਕੇ ਸਾਨੂੰ ਜਿਹੜੀ ਵੀ ਕਮੇਟੀਆਂ ਨੇ ਕੰਮ ਕਰਨਾ, ਮਰਿਆਦਾ ਵਿੱਚ ਰਹਿ ਕੇ ਕਰਨਾ, ਮਰਿਆਦਾ ਤੋਂ ਉਲਟ ਗੱਲ ਨਹੀਂ ਕਰਨੀ। ਔਰ ਸਾਡਾ ਸਕੱਤਰ ਫਤਿਹ ਸਿੰਘ ਉਹੀ ਕਥਾਵਾਚਕ ਆਦਮੀ, ਆਪਣੇ ਆਪ ਨੂੰ ਕਥਾਵਾਚਕ ਹੋ ਆ ਰਿਹਾ, ਔਰ ਉਹ ਸ਼ਖਸ ਹੀ ਅਗਰ ਇਹੋ ਜਿਹੇ ਕੰਮ ਕਰੇਗਾ, ਜੇ ਸਾਡੇ ਜਿਨ੍ਹਾਂ ਨੇ ਸਾਨੂੰ ਧਾਰਮਿਕ ਰਾਹ ਦੇਣੀ ਹੈ, ਇਹਨਾਂ ਪ੍ਰਚਾਰਕਾਂ ਨੇ ਤੁਹਾਨੂੰ ਸੇਧ ਦੇਣੀ ਹੈ, ਆਉਣ ਵਾਲੀ ਜਨਰੇਸ਼ਨ ਨੂੰ ਆਪਣੇ ਇਤਿਹਾਸ ਨਾਲ ਜਾਂ ਆਪਣੇ ਧਰਮ ਨਾਲ ਜੋੜਨਾ, ਇਹਨਾਂ ਲੋਕਾਂ ਦਾ ਕੰਮ ਹੈ, ਇਹਨਾਂ ਪ੍ਰਚਾਰਕਾਂ ਦਾ। ਅਗਰ ਉਹੀ ਇਹ ਕੰਮ ਕਰਨਗੇ ਕਿ ਉਹ ਗੁਰੂ ਘਰਾਂ ਦੇ ਵਿੱਚ ਹੀ ਬੁੱਤ ਲਗਾਉਣਾ ਸ਼ੁਰੂ ਕਰ ਦੇਣਗੇ, ਤੇ ਫਿਰ ਤੁਸੀਂ ਸੰਗਤਾਂ ਨੂੰ ਕਿੱਥੇ ਲੈ ਜਾ ਰਹੇ ਹੋ? ਵੀਰ ਜੀ, ਜਿਵੇਂ ਗੱਲ ਕੀਤੀ ਜਾਵੇ, ਆਪਾਂ ਇਹ ਕਹਿੰਦੇ ਹਾਂ ਕਿ ਕਿਸੇ ਦੇ ਨਾਲ ਜਾਤੀ ਦੁਸ਼ਮਣੀ ਨਹੀਂ ਹੈ, ਹਨਾ। ਸਾਰੇ ਵਿਚਾਰਾਂ ਦੀ ਤਕਰਾਰ ਹੀ ਹੈ ਇਹ ਵੀ। ਇੱਕ ਕਈ ਵਾਰੀ ਕਿਸੇ ਦੇ ਵਿਚਾਰ ਕਿਸੇ ਨਾਲ ਨਹੀਂ ਮਿਲਦੇ ਜਾਂ ਹਨਾ ਇੱਦਾਂ ਵੀ, ਤੇ ਕਿਆ ਜੇਕਰ ਐਸਾ ਮੌਕਾ ਆਵੇ ਇੱਕ ਬਹਿ ਕੇ ਗੱਲਬਾਤ ਦਾ ਹੱਲ ਹੁੰਦਾ ਹੋਵੇ, ਕੀ ਪਤਾ ਸਾਰੇ ਇਕੱਠੇ ਹੋ ਕੇ, ਕਿਉਂਕਿ ਦੇਖੋ ਵੀਰ ਜੀ, ਆਪਾਂ ਤੇ ਐਜ਼ ਅ ਸੰਗਤ ਦੇ ਤੌਰ ਤੇ ਮੈਂ ਵੀ ਗੱਲ ਕਰਦੀ ਹਾਂ, ਅਸੀਂ ਵੀ ਗੁਰਦੁਆਰਾ ਸਾਹਿਬ ਵਿੱਚ ਜਾਂਦੇ ਹਾਂ ਤਾਂ ਐਂ ਲੱਗਣ ਲੱਗ ਜਾਂਦਾ, ਕਈ ਵਾਰੀ ਪਰੇਸ਼ਾਨੀ ਜੀ ਪੈਣ ਲੱਗ ਜਾਂਦੀ ਹੈ ਵੀ ਐਂ ਕਿਉਂ ਆ ਗੁਰਦੁਆਰਾ ਸਾਹਿਬ ਦੇ ਅੰਦਰ, ਐਂ ਕਿਉਂ ਆ ਸਾਰੀ ਕਮੇਟੀਆਂ ਸਾਰੇ ਮਤਲਬ ਜੇ ਇੱਕ ਯੂਨਾਈਟ ਹੋ ਜਾਓ, ਮਤਲਬ ਕਿਆ ਵਿਚਾਰਾਂ ਕਰਕੇ ਅਜਿਹਾ? ਇਹ ਇੱਕ ਅੱਜ ਦੇ ਜ਼ਮਾਨੇ ਵਿੱਚ ਕੋਈ ਵੀ ਕਿਤੇ ਸਾਰੇ ਇਕੱਠੇ ਨਹੀਂ ਹੈ, ਨਾ ਹਿੰਦੂ ਇਕੱਠਾ ਹੈ, ਨਾ ਮੁਸਲਮਾਨ ਇਕੱਠਾ ਹੈ, ਨਾ ਸਿੱਖ ਇਕੱਠਾ ਹੈ, ਸਾਰਿਆਂ ਦੀ ਵਿਚਾਰਧਾਰਾ ਤੇ ਵੱਖਰੀ ਹੈ। ਉਸ ਅਕਾਲ ਪੁਰਖ ਨੇ ਹਰ ਇੱਕ ਨੂੰ ਸਮਝ ਜਿਹੜੀ ਆ ਆਪਣੀ, ਕਿਉਂਕਿ ਆਮੋ ਸਾਹਮਣੇ ਮੈਨੂੰ ਲੱਗਦਾ ਜਿੱਦਾਂ ਆਪਾਂ ਆਮੋ ਸਾਹਮਣੇ ਬੈਠੇ ਆ, ਸਾਡੀ ਵੀ ਸੋਚ ਸ਼ਾਇਦ ਵੱਖਰੀ ਹੋਵੇਗੀ, ਕਿਉਂਕਿ ਇਹ ਗੱਲਾਂ ਹੋ ਸਕਦੀਆਂ ਨੇ, ਪੋਸੀਬਿਲਿਟੀ ਹੈ, ਲੇਕਿਨ ਕੁਝ ਹੱਦ ਤੱਕ ਹੀ ਇਹਦੇ ਵਿੱਚ ਸਹਿਮਤੀ ਬਣ ਸਕਦੀ ਹੈ ਆਮ ਤੋਂ। ਲੇਕਿਨ ਜਦ ਕਿ ਇਹ ਚੀਜ਼ਾਂ ਹੀ ਖਤਮ, ਅਸੀਂ ਕੋਈ ਵੀ ਕੰਮ ਕਰਦੇ ਸੀ, ਅਸੀਂ ਲੋਕਾਂ ਤੋਂ ਸੁਝਾਅ ਮੰਗਦੇ ਸੀ, ਸੰਗਤਾਂ ਨੂੰ ਬੁਲਾ ਕੇ ਮੀਟਿੰਗ ਬੁਲਾ ਕੇ ਉੱਥੋਂ ਸੁਝਾਅ ਲਏ ਜਾਂਦੇ ਸੀ, ਕੋਈ ਵੀ ਗੱਲ ਜਿਹੜੀ ਕਰਦੀ ਹੈ ਸੰਗਤ ਤੋਂ ਇਸ ਦੀ ਪ੍ਰਵਾਨਗੀ ਲੈਂਦੇ ਸੀ ਜੀ, ਲੈ ਕੇ ਫਿਰ ਉਸ ਕੰਮ ਨੂੰ ਕਰੀਦਾ ਸੀ। ਲੇਕਿਨ ਅੱਜ ਹਾਲਾਤ ਇਹ ਹੋ ਗਏ, ਜਿਹੜੀ ਕਮੇਟੀ ਆਂਦੀ ਉਹ ਕਹਿੰਦੀ ਜੋ ਕੁਝ ਅਸੀਂ ਕਰਨਾ ਬਸ ਆਪਣੀ ਮਰਜ਼ੀ ਨਾਲ ਕਰਨਾ, ਕਿਸੇ ਨੇ ਅੱਛਾ ਵੀ ਕੀਤਾ ਉਸ ਨੂੰ ਤੋੜ ਦਿੱਤਾ, ਨਵਾਂ ਬਣਾਉਣਾ, ਆਪਣੀ ਚੌਧਰ। ਅੱਜ ਸਿਰਫ ਗੱਲ ਜਿਹੜੀ ਹੈ ਉਹ ਚੌਧਰ ਦੀ ਹੈ, ਲੜਾਈ ਸਾਰੀ ਚੌਧਰ ਦੀ, ਬਿਲਕੁਲ ਕੋਈ ਵਿਚਾਰ ਵੀ ਕੀ ਹੈ, ਸਿਰਫ ਚੌਧਰ ਦੀ ਲੜਾਈ ਹੈ। ਦੇਖੋ ਵੀਰ ਜੀ, ਗੱਲ ਇਹ ਹੈ ਇੱਕ ਦੂਸਰੇ ਦੀ ਚੌਧਰ, ਔਰ ਖਾਸ ਤੌਰ ਤੇ ਸਾਡੀ ਸਿੱਖ ਕੌਮ ਵਿੱਚ ਹਰ ਆਦਮੀ ਹੀ ਚੌਧਰੀ ਬਣ ਜਾਂਦਾ। ਦੇਖੋ ਹੁਣ ਜਿਵੇਂ ਲੜਾਈ ਹੋ ਗਈ ਗੋਲਕ ਦੀ,
ਕੱਲ ਨੂੰ ਸੰਗਤ ਇਹ ਸੋਚੇਗੀ ਕਿ ਗਰੀਬ ਦਾ ਮੂੰਹ ਗੁਰੂ ਕੀ ਗੋਲਕ, ਕਿਉਂ ਨਾ ਗਰੀਬ ਨੂੰ ਦੇ ਦਈਏ, ਗੋਲਕ ਚ ਪਾਈਏ ਹੀ ਨਾ, ਲੜਾਈ ਨਹੀਂ ਹੋਊਗੀ। ਗੁਰੂ ਦੀਆਂ ਗੋਲਕਾਂ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੀ ਗੋਲਕ ਦੇ ਅੰਦਰ ਉਹਦੀ ਲੜਾਈ ਹੈ। ਇਹ ਇਤਿਹਾਸ ਵਿੱਚ ਪਹਿਲੀ ਵਾਰ ਐਸਾ ਦੇਖਿਆ ਗਿਆ ਕਿ ਹੁਣ ਗੋਲਕਾਂ ਵੀ ਜਿਹੜਾ ਕਿ ਗੁਰੂ ਨੂੰ ਭੇਟਾ ਜਿਹੜੀ ਜਾ ਰਹੀ ਹੈ, ਲੋਕ ਮੱਥਾ ਟੇਕਦੇ ਨੇ ਗੁਰੂ ਨੂੰ ਭੇਟਾ ਜੋ ਚਾੜਦੇ ਨੇ, ਉਹ ਵੀ ਜਿਹੜੇ ਲੋਕੀ ਲਈ ਜਾ ਰਹੇ ਜੀ। ਮੈਂ ਤੁਹਾਡਾ ਕੱਲ ਸਾਡੇ ਕੈਸ਼ੀਅਰ ਹੈ ਡਿਸਟ੍ਰਿਕਟ ਕਮੇਟੀ ਦਾ ਦਰਵਿੰਦਰ ਸਿੰਘ ਦੀ ਕੱਲ ਮੈਂ ਤੁਹਾਡਾ ਇੰਟਰਵਿਊ ਸੁਣ ਰਿਹਾ ਸੀ। ਉੱਥੇ ਇਹੀ ਕੀਰਤਨੀਏ ਰਾਗੀ ਜਗਤਾਰ ਸਿੰਘ ਇੱਕ ਸਮਾਗਮ ਕੀਤਾ ਉਸਨੇ ਇੱਥੇ, ਅਸੀਂ ਸਾਰਿਆਂ ਨੇ ਉਸ ਨੂੰ ਕੋਆਪਰੇਟ ਕੀਤਾ। ਉਸਨੇ 2-3 ਮੀਟਿੰਗਾਂ ਸਾਡੇ ਕੀਤੀਆਂ, ਅਸੀਂ ਉਸ ਨੂੰ ਕੋਆਪਰੇਟ ਕੀਤਾ ਔਰ ਘੱਟ ਤੋਂ ਘੱਟ ਜੰਮੂ ਦੀਆਂ ਸੰਗਤਾਂ ਨੇ 40 ਲੱਖ ਤੋਂ ਉੱਤੇ ਰੁਪਈਆ ਉਸ ਨੂੰ ਕੰਟਰੀਬਿਊਸ਼ਨ ਦਿੱਤੀ ਹੈ ਉਸ ਸਮਾਗਮ ਲਈ ਜੀ। ਲੇਕਿਨ ਇਹਨਾਂ ਰਾਗੀ ਜਗਤਾਰ ਸਿੰਘ ਨੇ ਜੋ ਸਾਨੂੰ ਪਹਿਲਾਂ ਦੱਸਿਆ, ਮੈਂ ਸਮਝਦਾ ਕਿ ਉਸਨੇ ਕੌਮ ਨੂੰ ਵੀ ਇੱਥੇ ਜੰਮੂ ਦੇ ਸੰਗਤਾਂ ਨੂੰ ਵੀ ਗੁੰਮਰਾਹ ਕੀਤਾ। ਸਾਨੂੰ ਜੋ ਉਸਨੇ ਮੀਟਿੰਗਾਂ ਕੀਤੀਆਂ, ਉਸਨੇ ਕਿਹਾ ਮੈਂ 70,000 ਸਟੂਡੈਂਟ ਦਾ ਐਗਜ਼ਾਮ ਕੰਡਕਟ ਕੀਤਾ ਹੈ, ਮੈਂ ਇਹ ਕੀਤਾ, ਇਤਨੇ 4,000 ਆਦਮੀ ਇੱਥੇ ਆ ਰਹੇ ਆ, ਸਾਨੂੰ ਹੋਟਲਾਂ ਦੇ ਪ੍ਰਬੰਧ ਕਰਨੇ ਪੈਣੇ ਨੇ, ਉਹਨਾਂ ਦੇ ਰਹਿਣ ਵਾਸਤੇ ਬਹੁਤ ਕੁਝ ਗੱਲਾਂ ਹੋਈਆਂ ਔਰ ਪ੍ਰਬੰਧ ਵੀ ਕੀਤੇ ਗਏ। ਲੇਕਿਨ ਉਹਦੇ ਬਾਵਜੂਦ ਜਦੋਂ ਸਮਾਗਮ ਹੋਇਆ, ਨਾ ਬਾਹਰੋਂ ਕੋਈ ਸੰਗਤਾਂ ਆਈਆਂ, ਨਾ ਕਮਰਿਆਂ ਹੋਟਲਾਂ ਵਿੱਚ ਕੋਈ ਬੁਕਿੰਗ ਹੋਈ, ਨਾ ਲੋੜ ਪਈ। ਲੇਕਿਨ ਉਸ ਦੇ ਨਾਂ 'ਤੇ, ਉਸ ਸਮਾਗਮ ਦੇ ਨਾਂ 'ਤੇ ਮੇਰੇ ਅੰਦਾਜ਼ੇ ਮੁਤਾਬਕ, ਹੋ ਸਕਦਾ ਮੈਂ ਗਲਤ ਵੀ ਹੋਵਾਂ, 35 ਤੋਂ 40 ਲੱਖ ਰੁਪਈਆ ਲੋਕਾਂ ਨੇ ਇੱਥੇ ਉਸ ਨੂੰ ਕੰਟਰੀਬਿਊਸ਼ਨ ਦਿੱਤੀ ਹੈ। ਅਸੀਂ ਵੀ ਦਿੱਤੀ ਹੈ ਉਸ ਨੂੰ ਕੰਟਰੀਬਿਊਸ਼ਨ, 51 ਹਜ਼ਾਰ ਲੱਖ ਰੁਪਈਆ ਇੱਕ ਬੰਦੇ ਨੇ ਉਹ ਕੰਟਰੀਬਿਊਸ਼ਨ ਦਿੱਤੀ ਹੈ ਉਸ ਸਮਾਗਮ ਲਈ। ਲੇਕਿਨ ਜੋ ਦੱਸਿਆ ਗਿਆ ਉਹ ਹੋਇਆ ਨਹੀਂ, ਉਹ ਹੈ ਨਹੀਂ ਸੀ ਜੀ। ਉਹ ਠੀਕ ਹੈ ਕਿ ਅੱਜ ਇਹਨਾਂ ਲੋਕਾਂ ਨੇ ਇੱਕ ਕੀਰਤਨ ਨੂੰ ਵੀ, ਬਾਣੀ ਨੂੰ ਵੀ ਜਿਹੜਾ ਹੈ ਉਹ ਇੱਕ ਵਪਾਰ ਦੇ ਤੌਰ 'ਤੇ ਹੀ ਸ਼ੁਰੂ ਕਰ ਦਿੱਤਾ ਹੋਇਆ ਹੈ, ਅਤੇ ਉਹ ਇੱਕ ਆਪਣੇ ਆਮਦਨ ਦਾ ਤਰੀਕੇਕਾਰ ਬਣਾ ਲਏ ਨੇ। ਲੇਕਿਨ ਗੁੰਮਰਾਹ ਕੀਤਾ ਗਿਆ ਔਰ ਉਸੇ ਸ਼ਖਸ ਨੇ, ਜਦ ਕਿ ਅਸੀਂ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਉਸਨੇ ਸਾਡੇ ਤੋਂ ਵੀ ਮੰਗ ਕੀਤੀ ਕਿ ਤੁਸੀਂ ਲੰਗਰ ਦਾ ਜਿਹੜਾ ਖਰਚਾ ਹੈ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਅਸੀਂ ਉਹ ਵੀ ਅਪਰੂਵ ਕੀਤਾ ਕਿ ਠੀਕ ਹੈ ਦੇ ਦਿਓ। ਕੜਾਹ ਪ੍ਰਸ਼ਾਦ ਦੀ ਦੇਗ ਦਾ ਵੀ ਜਿਹੜਾ ਉਹਦਾ 2 ਦਿਨ ਦਾ ਸਮਾਗਮ ਚੱਲਿਆ, ਉਹਦੇ 'ਚ ਉਹ ਵੀ ਅਸੀਂ ਪ੍ਰੋਵਾਈਡ ਕੀਤਾ। ਹੋਰ ਵੀ ਜੋ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯੋਗ ਸਮਝਿਆ ਉਹ ਦਿੱਤਾ, ਉਹ ਹੈਲਪ ਉਹਦੀ ਉਸ ਸਮਾਗਮ ਲਈ। ਕਿਉਂਕਿ ਅਸੀਂ ਵੀ ਸਮਝਿਆ ਕਿ ਗੁਰਮਤਿ ਅਗਰ ਕੋਈ ਸਮਾਗਮ ਕੀਤਾ ਜਾ ਰਿਹਾ ਤਾਂ ਕਮੇਟੀਆਂ ਦਾ ਫਰਜ਼ ਹੈ ਇਹਦੇ ਵਿੱਚ ਆਪਣਾ ਯੋਗਦਾਨ। ਇੱਕ ਮਾਇਆ ਲੋਕਾਂ ਦੀ ਜਿਹੜੀ ਗੁਰੂ ਘਰ ਦੀ ਮਾਇਆ ਹੈ ਉਹ ਇਹਨਾਂ ਕੰਮਾਂ ਵਾਸਤੇ ਹੀ ਹੈ, ਉਹ ਕੀਤਾ ਸਹਿਯੋਗ। ਲੇਕਿਨ ਉਹਦੇ ਬਾਵਜੂਦ ਉਹ ਪਹਿਲੀ ਵਾਰ ਹੋਇਆ ਕਿ ਉਸਨੇ ਜੋ ਮਹਾਰਾਜ ਨੂੰ ਭੇਟਾ ਲੋਕਾਂ ਨੇ ਚਾੜੀ, ਜੋ ਮੱਥਾ ਟੇਕਿਆ ਨੂੰ ਹੋਇਆ, ਉਹ ਮਾਇਆ ਵੀ ਉਹ ਲੈ ਕੇ ਘਰ ਨੂੰ ਤੁਰ ਗਿਆ। ਔਰ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਕੱਤਰ ਨੇ ਖੁਦ ਉਹ ਮਾਇਆ ਜਿਹੜੀ ਹੈ ਉਹਨਾਂ ਦੀ ਪਰਮਿਸ਼ਨ ਤੋਂ ਬਗੈਰ ਤੇ ਨਹੀਂ ਨਾ ਜਾ ਸਕਦੀ, ਉਹਨਾਂ ਦੀ ਕੰਸੈਂਟ ਦੇ ਨਾਲ ਹੀ ਗਈ ਹੈ ਨਾ। ਦੋਸ਼ੀ ਬਰਾਬਰ ਤੇ ਉਹ ਵੀ ਹੈ ਜੀ। ਮਾਇਆ ਬੇਸ਼ੱਕ ਜਗਤਾਰ ਸਿੰਘ ਦੇ ਪਾਸ ਗਈ, ਲੇਕਿਨ ਦੇਣ ਵਾਲੇ ਤੇ ਉਹੀ ਹੈ ਨਾ। ਉਹਨਾਂ ਦੀ ਪਰਮਿਸ਼ਨ ਤੋਂ ਬਗੈਰ ਕੋਈ ਲੈ ਸਕਦਾ ਮੱਥਾ ਟੇਕਣ ਦੀ? ਜੋ ਲੋਕਾਂ ਨੇ ਭੇਟਾ ਜੋ ਉੱਥੇ ਚਾੜੀ ਹੈ ਉਹ ਲੈ ਜਾ ਸਕਦਾ? ਕੋਈ ਨਹੀਂ ਲੈ ਜਾ ਸਕਦਾ। ਔਰ ਅੱਜ ਤੱਕ ਦੇ ਇਤਿਹਾਸ ਵਿੱਚ ਮੈਂ ਨਹੀਂ ਦੇਖਿਆ, ਮੈਂ ਤਾਂ ਆਪਣੀ ਕਮ ਸੇ ਕਮ ਜ਼ਿੰਦਗੀ ਵਿੱਚ ਨਹੀਂ ਦੇਖਿਆ ਕਿ ਉਹ ਮਾਇਆ ਕੋਈ ਇੰਡੀਵਿਜੂਅਲ ਆਦਮੀ ਲੈ ਜਾਏ। ਵੀਰ ਜੀ ਤੁਸੀਂ ਕੀ ਕਹਿੰਦੇ ਹੋ ਜਿਹੜੀ FIR ਦਰਬਿੰਦਰ ਸਿੰਘ ਜੀ ਹੋਣਾ ਦੇ ਰਾਹੀਂ ਲਗਾਈ ਗਈ ਹੈ, ਤੁਸੀਂ ਕੀ ਵੇਖਦੇ ਹੋ ਕਿ FIR ਹੀ ਇਸ ਚੀਜ਼ ਦਾ ਹੱਲ ਸੀ? ਮਤਲਬ ਇਹ ਸਾਧਨ FIR ਹੀ ਸੀ? ਦੇਖੋ ਅੱਜ ਦੇ ਵਕਤ ਵਿੱਚ ਜਦੋਂ ਇੱਕ ਧੱਕਾਸ਼ਾਹੀ ਦੇ ਨਾਲ ਜਦੋਂ ਕੋਈ ਕੰਮ ਚਲਾਏ ਜਾਣ ਨਾ ਜੀ, ਜਦੋਂ 11 ਮੈਂਬਰਾਂ ਨੂੰ ਕੰਸੈਂਟ ਵਿੱਚ ਲਿਆ ਹੀ ਨਾ ਜਾਏ, ਕਾਨਫੀਡੈਂਸ ਵਿੱਚ ਲਿਆ ਹੀ ਨਾ ਜਾਏ, ਮੀਟਿੰਗਾਂ ਹੀ ਨਾ ਕੀਤੀਆਂ ਜਾਣ, ਜੋ ਇਹਨਾਂ ਨੇ ਕੀਤਾ ਪਿੱਛੇ ਤੁਸੀਂ ਦੇਖ ਲਓ 90% ਇਹਨਾਂ ਨੇ ਕੋਈ ਮੀਟਿੰਗਾਂ ਦੇ ਵਿੱਚ ਨਾ ਕੋਈ ਪਾਸ ਕਰਕੇ ਕੀਤਾ, ਨਾ ਕੋਈ ਸੈਂਕਸ਼ਨ ਕਰਕੇ ਕੀਤਾ। ਉਹ ਜਿਤਨਾ ਪੈਸਾ ਗਿਆ ਪਾਣੀ ਤਰ੍ਹਾਂ ਬਹਾਇਆ, ਉਹ ਬਗੈਰ ਮੀਟਿੰਗਾਂ ਦੇ ਵਿੱਚ ਅਪਰੂਵਲ ਦੇ ਕੀਤਾ ਗਿਆ ਜੀ। ਹੁਣ ਜੇ ਅਸੀਂ ਕੋਰਟਾਂ ਵਿੱਚ ਜਾਂਦੇ ਹਾਂ ਤਾਂ ਵੀ ਆਪਣਾ ਤਮਾਸ਼ਾ ਬਣਦਾ, ਨਹੀਂ ਜਾਂਦੇ ਹਾਂ ਤੇ ਤਾਂ ਵੀ ਖਰਾਬੀ ਹੁੰਦੀ ਹੈ। ਸੋ ਇਹਦਾ ਅਗਰ ਉਸਨੇ FIR ਲਾਜ ਕਰਾਈ ਹੈ, ਇਹ ਉਸਦੀ ਸਮਝ ਹੈ ਜਾਂ ਉਹਦੀ ਸੋਚ ਹੈ ਕਿ ਉਸਨੇ ਕਰਾਈ ਹੈ। ਲੇਕਿਨ ਅਕਸਰ ਹੁਣ ਗੁਰਦੁਆਰਿਆਂ ਵਿੱਚ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੀ ਐਸਾ ਕੁਝ ਹੋ ਰਿਹਾ ਹੈ ਜੀ, SGPC ਅੰਮ੍ਰਿਤਸਰ ਵਿੱਚ ਵੀ ਹੋ ਰਿਹਾ ਹੈ। ਹੁਣ ਇਹ ਇੱਕ ਕਾਮਨ ਗੱਲ ਬਣ ਗਈ ਹੈ। ਅਤੇ ਦੂਸਰਾ, ਲੋਕਾਂ ਨੂੰ ਇਸ ਗੱਲ ਤੋਂ ਠੱਲ ਪਾਉਣ ਲਈ ਜਦ ਤੱਕ ਕੋਈ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰੇਗੀ, ਚਾਹੇ ਸਮਾਜ ਕਰੇ ਤੇ ਚਾਹੇ ਕੋਰਟਾਂ ਦੇ ਰਾਹੀਂ ਹੋਏ, ਜਦ ਤੱਕ ਨਹੀਂ ਹੋਏਗੀ ਇਹ ਹਾਲਾਤ ਜਿਹੜੇ ਨੇ ਉਹ ਬਦਤਰ ਹੀ ਹੁੰਦੇ ਜਾਣਗੇ।
ਇਸ ਵਾਸਤੇ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਫਿਰ ਮਜਬੂਰੀ ਵੀ ਬਣ ਜਾਂਦੀ ਹੈ ਤੇ ਅਸੀਂ ਸਮਝਦੇ ਹਾਂ ਕਿ ਜੇ ਆਪਣੀ ਕਮੀਜ਼ ਚੁੱਕਾਂਗੇ ਤੇ ਆਪਣਾ ਹੀ ਢਿੱਡ ਨੰਗਾ ਹੋਏਗਾ ਬਿਲਕੁਲ ਜੀ। ਤੇ ਲੇਕਿਨ ਕਿਸੇ ਵਕਤ ਹਾਲਾਤ ਐਸੇ ਬਣ ਜਾਂਦੇ ਨੇ ਕਿ ਉਹ ਗੱਲ ਵੀ ਕਰਨੀ ਵੀ ਪੈ ਜਾਂਦੀ ਹੈ ਜੀ ਸੋ ਉਸਨੇ ਇਹ ਗੱਲ ਕੀਤੀ ਹੈ। ਕੱਲ ਮੈਂ ਉਹਦੇ ਸੁਣ ਰਿਹਾ ਸੀ, ਉਹ ਇੱਕ ਗੱਲ ਉਸਨੇ ਜਿਹੜੀ ਕਹੀ ਹੈ ਕਿ ਮੈਨੂੰ ਨਹੀਂ ਪਤਾ ਕਿ ਉਹ ਪੈਸਾ ਕੌਣ ਲੈ ਗਿਆ, ਲੇਕਿਨ ਮੈਂ ਇਸ ਗੱਲ ਨੂੰ ਕਨਫਰਮ ਕਰਦਾ ਕਿ ਉਹ ਪੈਸਾ ਜਿਹੜਾ ਹੈ ਉਹ ਜਗਤਾਰ ਸਿੰਘ ਰਾਗੀ ਲੈ ਗਿਆ ਔਰ ਲੈ ਗਿਆ ਇਹਨਾਂ ਦੀ ਕੰਸੈਂਟ ਦੇ ਨਾਲ, ਸੈਕਟਰੀ ਔਰ ਪ੍ਰਧਾਨ ਦੀ ਕੰਸੈਂਟ ਦੇ ਨਾਲ ਇਹਨਾਂ ਨੇ ਅਲਾਉ ਕੀਤਾ ਉਹਨਾਂ ਨੂੰ ਤੇ ਉਹਨਾਂ ਨੇ ਉਸਨੇ ਖੜਿਆ, ਅਦਰਵਾਈਜ਼ ਉਹ ਖੜ ਨਹੀਂ ਸਕਦਾ ਸੀ। ਜਿੰਨਾ ਦੋਸ਼ੀ ਉਹ ਹੈ ਉਹਦੇ ਨਾਲ ਮੈਂ ਸਮਝਦਾ ਬਰਾਬਰ ਦੇ ਦੋਸ਼ੀ ਇਹ ਵੀ। ਜੀ ਬਿਲਕੁਲ ਵੀਰ ਜੀ, ਹੁਣ ਮੈਂ ਚਾਹਾਂਗੀ ਕਿ ਅਖੀਰ ਦੇ ਵਿੱਚ ਇੱਕ ਸੁਨੇਹਾ, ਇੱਕ ਮੈਸੇਜ, ਕੀ ਪਤਾ ਕੋਈ ਗੱਲ ਅਜਿਹੀ ਹੋਵੇ ਜਿਹੜੀ ਮੈਂ ਨਾ ਪੁੱਛੀ ਹੋਵੇ ਜਾਂ ਤੁਸੀਂ ਸੰਗਤਾਂ ਦੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ, ਤੁਸੀਂ ਕਰ ਸਕਦੇ ਹੋ। ਦੇਖੋ, ਮੈਂ ਤੇ ਸੰਗਤਾਂ ਅੱਗੇ ਇਹੋ ਅਪੀਲ ਕਰਾਂਗਾ, ਬੇਨਤੀ ਕਰਾਂਗਾ ਕਿ ਜਦੋਂ ਵੀ ਅਸੀਂ ਗੁਰਦੁਆਰਾ ਪ੍ਰਬੰਧ ਦੀ ਚੋਣ ਕਰਦੇ ਹਾਂ, ਉਹ ਲੋਕੀ ਚੁਣ ਕੇ ਲਿਆਓ ਜੋ ਗੁਰਮਤ ਦੇ ਧਾਰਨੀ ਹੋਣ, ਜੋ ਤੁਸੀਂ ਯੋਗ ਹੋਣ, ਗੁਰੂ ਘਰ ਦੀ ਸੇਵਾ ਲਈ ਯੋਗ ਹੋਣ, ਐਸੇ ਸੱਜਣਾਂ ਨੂੰ ਚੁਣ ਕੇ ਲਿਆਓ। ਕਿਉਂਕਿ ਮੈਂ ਮੌਜੂਦਾ 97 ਤੋਂ ਲੈ ਕੇ ਅੱਜ ਤੱਕ ਮੌਜੂਦਾ ਕਮੇਟੀ ਤੱਕ ਦੇਖ ਰਿਹਾ ਕਿ ਸਾਡੇ ਕਮੇਟੀਆਂ ਵਿੱਚ ਜਿਹੜੇ ਚੁਣ ਕੇ ਆਉਂਦੇ ਨੇ ਉਹ ਸੱਜਣ ਕੋਈ ਗੁਰਦੁਆਰਾ ਪ੍ਰਬੰਧ ਦੇ ਯੋਗ ਨਹੀਂ ਹੁੰਦੇ ਜਿਨ੍ਹਾਂ ਨੂੰ ਚੁਣ ਕੇ ਇੱਥੇ ਭੇਜਿਆ ਜਾਂਦਾ ਹੈ। ਔਰ ਮੋਸਟਲੀ ਖਾਸ ਤੌਰ ਤੇ ਮੈਂ ਇਸ ਕਮੇਟੀ ਦੀ ਜਿਹੜੀ ਮੌਜੂਦਾ ਕਮੇਟੀ ਗਈ ਹੈ, ਇਸ ਕਮੇਟੀ ਦੇ ਵਿੱਚ ਸਾਡੇ ਬਹੁਤ ਸਾਰੇ ਲੋਕੀ ਔਰ ਖਾਸ ਤੌਰ ਤੇ ਅਹੁਦੇਦਾਰ ਵੀ ਜਿਹੜੇ ਰਹੇ ਨੇ ਉਹ ਇਸ ਯੋਗਤਾ ਨਹੀਂ ਰੱਖਦੇ ਸੀ, ਉਹ ਐਬੀ ਕੁਐਬੀ ਲੋਕ ਵੀ ਰਹੇ ਨੇ। ਉਹ ਸਭ ਤੋਂ ਵੱਡੀ ਸਾਡੇ ਕਾਰਨ ਇਹ ਹੈ ਕਿ ਅਸੀਂ ਢੈਂਦੀ ਕਲਾ ਵੱਲ ਕਿਉਂ ਜਾ ਰਹੇ ਹਾਂ, ਕਿ ਅਸੀਂ ਜਦੋਂ ਸਿਲੈਕਸ਼ਨ ਕਰਨ ਦਾ ਸਮਾਂ ਆਉਂਦਾ ਅਸੀਂ ਗਲਤ ਸਿਲੈਕਸ਼ਨ ਕਰਕੇ ਬੰਦੇ ਭੇਜਦੇ ਹਾਂ, ਉਹਨਾਂ ਨੂੰ ਕੋਈ ਗੁਰੂ ਘਰਾਂ ਦੀ ਨਹੀਂ ਜੇ ਹੈਗੀ ਹੈ। ਜੀ ਮੈਂ ਫਿਰ ਵੀ ਕਹਿ ਰਿਹਾ, ਮੈਂ ਕਿਸੇ ਦੀ ਕੋਈ ਵਾਸਤੇ ਕੋਈ ਗਲਤ ਸ਼ਬਦਾਵਲੀ ਨਹੀਂ ਵਰਤਦਾ, ਲੇਕਿਨ ਅਗਰ ਕੋਈ ਆਦਮੀ ਨਹੀਂ ਕੋਈ ਮਰਿਆਦਾ ਵਿੱਚ ਰਹਿ ਕੇ ਚੱਲ ਸਕਦਾ ਤਾਂ ਉਸ ਨੂੰ ਗੁਰੂ ਘਰਾਂ ਦੀ ਇਲੈਕਸ਼ਨ ਵਿੱਚ ਆਉਣ ਦੀ, ਉਸ ਪ੍ਰਬੰਧ ਵਿੱਚ ਆਉਣ ਦੀ ਫਿਰ ਲੋੜ ਵੀ ਨਹੀਂ ਹੁੰਦੀ ਜੀ। ਉਸ ਨੂੰ ਅਗਰ ਮੇਰੇ 'ਚ ਕੋਈ ਐਬ ਹਨ, ਮੈਂ ਨਹੀਂ ਰਹਿ ਸਕਦਾ ਤੇ ਫਿਰ ਮੈਨੂੰ ਗੁਰਦੁਆਰਾ ਪ੍ਰਬੰਧ ਵਿੱਚ ਆਉਣਾ ਠੀਕ ਨਹੀਂ ਹੈ ਮੇਰੇ ਵਾਸਤੇ। ਉਹ ਲੋਕੀ ਹੀ ਆਉਣ ਜਿਹੜੇ ਇਸ ਯੋਗ ਹੋਣ, ਤਾਂ ਹੀ ਇਸ ਪ੍ਰਬੰਧ ਦੀ ਸੰਭਾਲ ਹੋ ਸਕਦੀ ਹੈ। ਬਜਾਏ ਕਿ ਅਸੀਂ ਧਰਮ ਦੇ ਕੋਈ ਪ੍ਰਚਾਰ ਦੀ ਗੱਲ ਕਰੀਏ, ਇੱਥੇ 5 ਸਾਲ 6 ਸਾਲ ਜੋ ਟੈਨਿਓਰ ਚੱਲਿਆ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਨੂੰ ਬਸ ਲੱਗੇ ਰਹੇ ਹਾਂ, ਕੋਈ ਧਰਮ ਦੇ ਪ੍ਰਚਾਰ ਦੀ ਗੱਲ ਨਹੀਂ ਕੀਤੀ ਜੀ। ਅੱਛਾ, ਇਹ ਵੀ ਨਹੀਂ ਕਿ ਅਸੀਂ ਇੱਥੇ ਦੀ ਕਮੇਟੀਆਂ, ਅਸੀਂ ਤੇ ਬਹੁਤ ਛੋਟੀ ਜੀ ਇੱਕ ਡਿਸਟ੍ਰਿਕਟ ਵਾਈਜ਼ ਕਮੇਟੀਆਂ, ਇੱਥੇ ਸਾਡੇ SGPC ਨੇ ਵੀ 10-10 ਬੰਦੇ ਪ੍ਰਚਾਰਕ ਇੱਥੇ ਕੀਤੇ ਨੇ, ਲੇਕਿਨ ਸਾਨੂੰ ਨਹੀਂ ਪਤਾ ਲੱਗਦਾ ਕਿ ਉਹ ਪ੍ਰਚਾਰਕ ਕਿੱਥੇ ਪ੍ਰਚਾਰ ਕਰ ਰਹੇ ਨੇ। ਅਸੀਂ ਵੀ ਇਸੀ ਸਮਾਜ ਵਿੱਚ ਰਹਿ ਰਹੇ ਹਾਂ, ਇਸੀ ਮਾਸ਼ਰੇ 'ਚ ਰਹਿ ਰਹੇ ਹਾਂ, ਸਾਨੂੰ ਨਹੀਂ ਪਤਾ ਉਹ ਕਿਹੜੇ ਗੁਰਦੁਆਰਿਆਂ 'ਚ ਪ੍ਰਚਾਰ ਕਰ ਰਹੇ ਨੇ, ਕਿੱਥੇ ਕਰ ਰਹੇ ਨੇ, ਲੇਕਿਨ ਤਨਖਾਹਾਂ SGPC ਤੋਂ ਮਿਲ ਰਹੀਆਂ ਨੇ, ਲੈ ਰਹੇ ਨੇ। ਉਹ ਸਾਡੀ ਇਤਨਾ ਵੱਡਾ ਪ੍ਰਬੰਧ ਜਿਸ ਨੂੰ ਅਸੀਂ ਮਿੰਨੀ ਆਪਣਾ ਉਹ ਪਾਰਲੀਮੈਂਟ ਕਹਿੰਦੇ ਹਾਂ, ਅਗਰ ਉਸ ਦੇ ਪ੍ਰਬੰਧ ਵਿੱਚ ਇਤਨੀ ਖਾਮੀ ਆ ਗਈ ਹੈ ਤਾਂ ਉਹਦਾ ਕਾਰਨ ਸਿਰਫ ਇਹੀ ਹੈ ਕਿ ਅਸੀਂ ਗਲਤ ਲੋਕਾਂ ਦੀ ਸਿਲੈਕਸ਼ਨ ਕਰਕੇ ਇਸ ਪਾਸੇ ਭੇਜਦੇ ਹਾਂ ਤੇ ਜਿਸ ਦੇ ਵਜ੍ਹਾ ਕਰਕੇ ਇਹ ਪ੍ਰਬੰਧ ਵਿੱਚ ਇਤਨੀਆਂ ਖਾਮੀਆਂ ਆ ਰਹੀਆਂ, ਇਤਨੀਆਂ ਖਾਮੀਆਂ ਆ ਰਹੀਆਂ ਕਿ ਇੱਕ ਸਿਰਫ ਤਾਂ ਹੀ ਸਾਡੇ ਇੱਕ ਮੈਂ ਸਮਝਦਾ ਕਿ ਕਮੀ ਜਿਹੜੀ ਅਸੀਂ ਪ੍ਰਚਾਰ ਦੀ ਸਮਝਦੇ, ਆਉਣ ਵਾਲੀ ਪਨੀਰੀ ਸਾਡੀ ਕਿਉਂ ਜਿਹੜੀ ਹੈ ਰਸਤੇ ਤੋਂ ਭਟਕਦੀ ਪਈ ਹੈ, ਉਹਦਾ ਕਾਰਨ ਸਿਰਫ ਇਹ। ਬਿਲਕੁਲ, ਕਿਉਂਕਿ ਬਿਲਕੁਲ ਸਰਦਾਰ ਹਰਜਿੰਦਰ ਸਿੰਘ ਰਾਣਾ ਹੋਣਾ ਦੀ ਗੱਲ ਦੇ ਨਾਲ ਮੈਂ ਸਹਿਮਤੀ ਰੱਖਦੀ ਹਾਂ ਇੱਥੇ ਬਿਲਕੁਲ, ਕਿ ਜੇਕਰ ਜਿੱਦਾਂ ਮੈਂ ਕੱਲ ਵੀ ਇਹ ਗੱਲ ਕਹੀ ਸੀ ਇੱਕ ਇੰਟਰਵਿਊ ਦੇ ਦੌਰਾਨ, ਕਿ ਜੇਕਰ ਹੁਣ ਗੋਲਕਾਂ ਨੂੰ ਲੈ ਕੇ, ਹੁਣ ਮੈਨੇਜਮੈਂਟ ਨੂੰ ਲੈ ਕੇ ਆਪਸ ਦੇ ਵਿੱਚ ਇੰਨੀਆਂ ਲੜਾਈਆਂ, ਤੇ ਕੱਲ ਨੂੰ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹ ਇਹੋ ਕਹੇਗੀ ਨਾ ਕਿ ਅਸੀਂ ਘਰੇ ਬਹਿ ਕੇ ਰੱਬ ਦਾ ਨਾਮ ਲੈ ਲਈਏ, ਜਾਂ ਕੋਈ ਇਸ ਪ੍ਰਬੰਧ ਦੀ ਇਲੈਕਸ਼ਨ ਵੱਲ ਜਾਂ ਸਿਲੈਕਸ਼ਨ ਵੱਲ ਇਹੋ ਜਿਹੇ ਜਿਹੜੇ ਕੰਮਾਂ ਦੇ ਵਿੱਚ ਇਨਵੋਲਵ ਹੀ ਨਹੀਂ ਹੋਣਗੇ। ਤਾਂ ਮੈਂ ਬਹੁਤ ਧੰਨਵਾਦ ਕਰਦੀ ਹਾਂ ਤੁਹਾਡਾ ਕਿ ਤੁਸੀਂ ਬਹੁਤ ਹੀ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ, ਸਾਡੇ ਦਰਸ਼ਕਾਂ ਤੱਕ ਪਹੁੰਚਾਏ ਨੇ। ਸਰਦਾਰ ਹਰਜਿੰਦਰ ਸਿੰਘ ਰਾਣਾ ਹੋਣਾ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਆਪਣੇ ਜਿਹੜੇ ਵਿਚਾਰ ਸੰਗਤਾਂ ਦੇ ਨਾਲ ਸਾਂਝੇ ਕਰਤੇ ਨੇ। ਹੁਣ ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਜੀ, ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।